ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 199 ਤੇ ਉੱਤੋਂ 6 ਲਾਈਨਾਂ ਛੱਡ ਕੇ ਹੈ। ਗੌੜੀ ਮਹਿਲਾ ਪੰਜਵਾਂ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਜੀਵਤ ਛਾੜ ਜਾਹੇ ਦੇਵਾਨੇ, ਮੋਇਆ ਉਣ ਤੇ ਕੋਵਰ ਸਨ। ਦੇਵਾਨੇ, ਹੇ ਕਮਲਿਆ, ਜਿਨ੍ਹਾਂ ਨੇ ਤੈਨੂੰ ਜਿਉਂਦੇ ਹੀ ਛੱਡ ਕੇ ਚਲੇ ਜਾਣਾ। ਮੋਇਆ ਉਣ ਤੇ ਕੋਵਰ ਸਨ, ਮਰਨ ਤੋਂ ਬਾਅਦ ਅਸੁਣ ਤੋਂ ਕੀ ਲਾਭ ਹੈ। ਜਿਨ੍ਹਾਂ ਨੇ ਕਮਲਿਆ ਤੈਨੂੰ ਜਿਉਂਦਿਆਂ ਹੀ ਛੱਡ ਕੇ ਚਲੇ ਜਾਣਾ, ਮਰਨ ਤੋਂ ਬਾਅਦ ਉਹਨਾਂ ਤੋਂ ਕੀ ਲਾਭ ਉਸਦਾ, ਵਰਸਾਨੇ ਲਾਭ। ਇਹ ਜਿਹੜੇ ਸੰਸਾਰਕ ਧਨ ਪਦਾਰਥ ਨੇ, ਇਹ ਤਾਂ ਜਿਉਂਦੇ ਮਨੁੱਖ ਨੂੰ ਛੱਡ ਕੇ ਚਲੇ ਜਾਂਦੇ ਨੇ। ਕਈ ਵਾਰ ਦੇਖਿਆ ਅੱਜ ਅਮੀਰ ਹੈ, ਕੱਲ੍ਹ ਨੂੰ ਗਰੀਬ ਹੋ ਜਾਂਦਾ। ਇਸ ਲਈ ਕਹਿੰਦੇ ਜਿਨ੍ਹਾਂ ਨੇ ਜਿਉਂਦਿਆਂ ਹੀ ਤੈਨੂੰ ਛੱਡ ਕੇ ਚਲੇ ਜਾਣਾ, ਮਰਨ ਤੋਂ ਬਾਅਦ ਉਹਨਾਂ ਤੋਂ ਤੈਨੂੰ ਕੀ ਲਾਭ ਮਿਲਣਾ। ਇਸ ਲਈ ਕਹਿੰਦੇ ਇਹਨਾਂ ਦਾ ਖਿਆਲ ਛੱਡ, ਖਿਆਲ ਕਰਨਾ ਨਾਮ ਜਪਣ ਦਾ। ਨਾਮ ਜਪਣਾ ਕਹਿੰਦੇ, ਸਿਮਰ ਗੋਵਿੰਦ ਮਨ ਤਨ ਧੁਰ ਲਿਖਿਆ, ਕਾਹੂ ਕਾਜ ਨ ਆਵਤ ਵਿਖਿਆ। ਕਿ ਤੇਰੇ ਮਨ ਵਿੱਚ, ਤੇਰੇ ਤਨ 'ਚ ਧੁਰੋਂ ਹੀ ਲਿਖਿਆ ਹੋਇਆ ਕਿ ਸਿਮਰ ਗੋਬਿੰਦ, ਕਿ ਭਾਈ ਪਰਮਾਤਮਾ ਦਾ ਸਿਮਰਨ ਕਰਨਾ। ਸਾਡੇ ਅੰਦਰ ਧੁਰੋਂ ਹੀ ਪਰਮਾਤਮਾ ਲਿਖ ਕੇ ਭੇਜਿਆ ਕਿ ਤੂੰ ਸਿਮਰਨ ਕਰਨਾ ਪਰਮਾਤਮਾ ਦਾ। ਕਾਹੂ ਕਾਜ ਨ ਆਵਤ ਵਿਖਿਆ। ਵਿਖਿਆ ਬਿਖ ਜ਼ਹਿਰ ਨੂੰ ਕਹਿੰਦੇ ਨੇ। ਇੱਥੇ ਵਿਖਿਆ ਤਾਂ ਮਤਲਬ ਹਰਾਮ ਦੀ ਕਮਾਈ। ਦੋ ਤਰ੍ਹਾਂ ਦੀ ਕਮਾਈ ਹੁੰਦੀ ਹੈ, ਇੱਕ ਦਸਨੋਂ ਦੀ ਕਿਰਤ, ਇੱਕ ਹਰਾਮ ਦੀ ਕਮਾਈ ਹੈ। ਹਰਾਮ ਦੀ ਕਮਾਈ ਨੂੰ ਵਿਖ ਕਿਹਾ ਹੈ। ਜਿਵੇਂ ਜ਼ਹਿਰ ਮਨੁੱਖ ਦਾ ਨੁਕਸਾਨ ਕਰਦੀ ਹੈ, ਇਸ ਤਰ੍ਹਾਂ ਹਰਾਮ ਦੀ ਕਮਾਈ ਮਨੁੱਖ ਦਾ ਨੁਕਸਾਨ ਕਰਦੀ ਹੈ। ਹੁਣ ਲਿਖਿਆ ਵਿਖਿਆ, ਕਾਹੂ ਕਾਜ ਨ ਆਵਤ ਵਿਖਿਆ। ਇਹ ਜਿਹੜੀ ਹਰਾਮ ਦੀ ਕਮਾਈ ਤੂੰ ਇਕੱਠੀ ਕਰਨ 'ਤੇ ਲੱਗਾ ਨਾ, ਇਹ ਤੇਰੇ ਕਿਸੇ ਕੰਮ ਨਹੀਂ ਆਉਣੀ। ਕਿਉਂ? ਮਰਨ ਤੋਂ ਬਾਅਦ ਇੱਥੇ ਹੀ ਰਹਿ ਜਾਣੀ ਹੈ। ਅਤੇ ਹਰਾਮ ਦੀ ਕਮਾਈ ਲਈ ਜਿਹੜੇ ਪਾਪ ਕੀਤੇ, ਉਹਨਾਂ ਦਾ ਫਲ ਭੋਗਣਾ ਪੈਣਾ। ਕਮਾਈ ਤਾਂ ਕਈ ਵਾਰ ਦੂਜੇ ਹੀ ਖਾ ਜਾਂਦੇ ਨੇ, ਪਰ ਦੂਜਿਆਂ ਦੀ ਖਾਤਰ, ਮਾਇਆ ਦੀ ਖਾਤਰ ਪਾਪ ਕਰਮ ਕੀਤੇ, ਉਹ ਫਿਰ ਆਪ ਨੂੰ ਭੋਗਣੇ ਪੈਂਦੇ ਨੇ। ਤਾਂ ਸਮਝਾਇਆ, ਕਾਹੂ ਕਾਜ ਨਾਵਤ ਵਿਖਿਆ। ਇਹ ਹਰਾਮ ਦੀ ਕਮਾਈ ਤੇਰੇ ਕਿਸੇ ਕੰਮ ਨਹੀਂ ਆਉਣੀ। ਤੇਰੀ ਆਤਮਾ ਨੂੰ ਇਹਦਾ ਕੋਈ ਲਾਭ ਨਹੀਂ ਹੋਣਾ। ਵਿਖੇ ਠਗੌਰੀ ਜਿਨ ਜਿਨ ਖਾਈ, ਤਾਕੀ ਤ੍ਰਿਸ਼ਨਾ ਕਬੂ ਨਾ ਜਾਈ। ਵਿਖੇ ਠਗੌਰੀ, ਠਗੌਰੀ ਹੁੰਦੀ ਠੱਗ ਬੂਟੀ। ਪੁਰਾਣੇ ਜ਼ਮਾਨੇ 'ਚ ਠੱਗਾਂ ਕੋਲੇ ਇੱਕ ਬੂਟੀ ਹੁੰਦੀ ਸੀ। ਉਹ ਤੁਹਾਡੇ ਨਾਲ ਤੁਰੇ ਜਾਂਦੇ ਸਨ। ਗੱਲਾਂ ਬਾਤਾਂ ਕਰਦਿਆਂ ਕਰਦਿਆਂ ਤੁਹਾਡੇ ਤੋਂ ਭੇਤ ਲੈ ਲੈਣੇ। ਤੁਸੀਂ ਕਿੱਥੇ ਜਾਣਾ? ਪਹਿਲਾਂ ਤੁਹਾਡੇ ਤੋਂ ਪੁੱਛਣਾ, ਹਾਂਜੀ ਸਰਦਾਰ ਜੀ ਕਿੱਥੇ ਜਾ ਰਹੇ ਹੋ ਜੀ? ਮੈਂ ਜੀ ਰਾਜਪੁਰੇ ਜਾ ਰਿਹਾ। ਅੱਛਾ, ਮੈਂ ਵੀ ਰਾਜਪੁਰੇ ਜਾਣਾ। ਤੁਸੀਂ ਕਿੱਥੇ ਜਾਣਾ? ਮੈਂ ਤਾਂ ਜੀ ਉੱਥੋਂ ਅੱਗੇ ਬੱਸ ਫੜਨੀ ਹੈ। ਅੱਛਾ, ਮੈਂ ਤਾਂ ਗੱਡੀ ਫੜਨੀ। ਵੀ ਚਲੋ ਹਾਲਾਂਕਿ ਤਾਂ ਠੀਕ ਹੈ, ਵੀ ਰਾਜਪੁਰੇ ਤੱਕ ਤਾਂ ਜਾਣਾ ਹੀ ਹੈ। ਗੱਲਾਂ ਬਾਤਾਂ ਕਰਦਿਆਂ ਕਰਦਿਆਂ ਹੌਲੀ ਹੌਲੀ ਭੇਤ ਲੈ ਲੈਣਾ ਵੀ ਇਹਦੇ ਕੋਲ ਕੁਛ ਹੈ। ਫਿਰ ਉਹਨੂੰ ਕਹਿਣਾ, ਉਹ ਦੇਖਿਓ ਕੀ ਹੈ। ਉਹਨੇ ਉਹ ਪਰਾਂ ਨੂੰ ਕਰਨਾ ਅਤੇ ਜਿਹੜੀ ਬੂਟੀ ਹੈ ਉਹਦੇ ਨੱਕ ਅੱਗੇ ਕਰ ਦੇਣੀ ਹੈ। ਜੇ ਉਹਨੇ ਸਾਹ ਲੈਣਾ, ਉਹਨੇ ਬੇਹੋਸ਼ ਹੋ ਜਾਣਾ। ਜਦੋਂ ਬੇਹੋਸ਼ ਹੋ ਜਾਣਾ, ਉਹਦੇ ਸਾਰੇ ਪੈਸੇ ਪੂਸੇ ਕੱਢ ਲੈਣੇ। ਉਹਨੂੰ ਕਹਿੰਦੇ ਠਗੌਰੀ, ਠੱਗ ਬੂਟੀ। ਇਹ ਠੱਗਾਂ ਕੋਲੇ ਪਹਿਲਾਂ ਹੁੰਦੀ ਸੀ। ਤਾਂ ਹਰਾਮ ਦੀ ਕਮਾਈ ਨੂੰ ਵੀ ਠੱਗ ਬੂਟੀ ਕਿਹਾ ਗਿਆ ਹੈ, ਕਿ ਇਹ ਵੀ ਸਾਡੀ ਮੱਤ ਮਾਰ ਦਿੰਦੀ ਹੈ। ਵਿਖੇ ਠਗੌਰੀ ਜਿਨ ਜਿਨ ਖਾਈ। ਇਹ ਹਰਾਮ ਦੀ ਕਮਾਈ ਰੂਪੀ ਠੱਗ ਬੂਟੀ ਜਿਸ ਜਿਸ ਨੇ ਵੀ ਖਾਧੀ, ਤਾਂ ਕਿ ਤ੍ਰਿਸ਼ਨਾ ਕਬੂ ਨਾ ਜਾਈ।
ਉਹਦੀ ਮਾਇਆ ਦੀ ਤ੍ਰਿਸ਼ਨਾ ਕਦੇ ਖਤਮ ਹੀ ਨਹੀਂ ਹੁੰਦੀ। ਉਹ ਕਹਿੰਦਾ ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ। ਜਿਹੜੀ ਦਸਾਂ ਨੌਂ ਦੀ ਕਿਰਤ ਹੈ, ਸਿਰਫ ਇਹੀ ਅੰਦਰ ਸਬਰ ਸੰਤੋਖ ਪੈਦਾ ਕਰਦੀ ਹੈ। ਜਿੰਨੀ ਹਰਾਮ ਦੀ ਕਮਾਈ ਹੈ, ਸਾਡੇ ਤੋਂ ਸਬਰ ਸੰਤੋਖ ਖਤਮ ਕਰ ਦਿੰਦੀ ਹੈ, ਅਤੇ ਫਿਰ ਅਸੀਂ 99 ਦੇ ਚੱਕਰ 'ਚ ਪੈ ਜਾਂਦੇ ਹਾਂ, ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ। ਸੋ ਫਿਰ ਉਹ ਤ੍ਰਿਸ਼ਨਾ ਕਦੇ ਖਤਮ ਹੁੰਦੀ ਹੀ ਨਹੀਂ ਹੈ। ਬਿਖੈ ਠਗੋਰੀ ਜਿਨ ਜਿਨ ਖਾਈ, 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 ਤਾਕੀ ਤ੍ਰਿਸ਼ਨਾ ਕਬੂ ਨ ਜਾਈ, ਤਾਕੀ ਤ੍ਰਿਸ਼ਨਾ ਕਬੂ ਨ ਜਾਈ, ਤ੍ਰਿਸ਼ਨਾ ਕਬੂ ਨ ਜਾਈ, ਤਾਕੀ ਤ੍ਰਿਸ਼ਨਾ ਕਬੂ ਨ ਜਾਈ। ਇਸ ਲਈ ਭਾਈ ਜਿੰਨੀ ਹਰਾਮ ਦੀ ਕਮਾਈ ਕਿਸੇ ਕੋਲ ਹੁੰਦੀ ਹੈ, ਉਹਨਾਂ ਉਹ ਬੇਸਬਰਾ ਹੋ ਜਾਂਦਾ, ਉਹ ਹੋਰ ਹੋਰ ਦੇ ਚੱਕਰ 'ਚ ਪੈ ਜਾਂਦਾ ਹੈ। ਅਸੀਂ ਆਏ ਤੇ ਭਜਨ ਬੰਦਗੀ ਕਰਨ, ਅਤੇ ਜੇ ਮਨ ਹੀ ਅਸ਼ਾਂਤ ਰਹਿਣਾ, ਮਨ ਹਮੇਸ਼ਾ ਮਾਇਆ ਵੱਲ ਰਹਿਣਾ, ਤਾਂ ਭਜਨ ਬੰਦਗੀ ਨਹੀਂ ਹੋ ਸਕਦੀ। ਦਾਰਨ ਦੁੱਖ ਦੁਤਰ ਸੰਸਾਰ, ਰਾਮ ਨਾਮ ਬਿਨ ਕੈਸੇ ਉਤਰਸ ਪਾਰ। ਦਾਰਨ ਦਾ ਭਿਆਨਕ, ਦੁਤਰ ਦਾ ਜਿਹੜਾ ਤਰਨਾ ਔਖਾ ਹੋਵੇ, ਦੁਤਰ ਜਿਹੜਾ ਤਰਨਾ ਔਖਾ, ਦੋ ਔਖੇ ਨੂੰ ਕਹਿੰਦੇ। ਇਹ ਜਿਹੜਾ ਸੰਸਾਰ ਹੈ, ਇਸ ਦੇ ਵਿੱਚ ਬੇਅੰਤ ਬੁਰਾਈਆਂ ਹਨ, ਇਹਦੇ 'ਚ ਬੇਅੰਤ ਦੁੱਖ ਨੇ, ਭਿਆਨਕ ਦੁੱਖ ਨੇ। ਇਹਨਾਂ ਭਿਆਨਕ ਦੁੱਖਾਂ ਤੋਂ ਪਾਰ ਹੋਣਾ ਬੜਾ ਮੁਸ਼ਕਿਲ ਹੈ, ਬੜਾ ਮੁਸ਼ਕਿਲ ਹੈ। ਦੁਤਰ ਇਹਨਾਂ ਤੋਂ ਪਾਰ ਹੋਣਾ ਬੜਾ ਮੁਸ਼ਕਿਲ ਹੈ। ਰਾਮ ਨਾਮ ਬਿਨ ਕੈਸੇ ਉਤਰਸ ਪਾਰ। ਹੇ ਇਨਸਾਨ, ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਵੇਂ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ? ਇੱਥੇ ਤਾਂ ਇੰਨੇ ਦੁੱਖ ਨੇ, ਇੰਨੀਆਂ ਬੁਰਾਈਆਂ ਨੇ। ਜੇ ਤੂੰ ਨਾਮ ਨਾ ਜਪਿਆ, ਤੂੰ ਤਾਂ ਇਹਨਾਂ 'ਚ ਹੀ ਫਸ ਜਾਏਗਾ, ਅਤੇ ਤੈਨੂੰ ਭਵ ਸਾਗਰ ਪਾਰ ਕਰਨਾ ਮੁਸ਼ਕਿਲ ਹੋ ਜਾਏਗਾ। ਸੋ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹਨਾਂ ਬੁਰਾਈਆਂ ਤੋਂ ਨਹੀਂ ਬਚਿਆ ਜਾ ਸਕਦਾ। ਫਿਰ ਕਹਿੰਦੇ ਕੀ ਕਰ? ਸਾਧ ਸੰਗ ਮਿਲ ਦੋਏ ਕੁਲ ਸਾਧ। ਇੱਕ ਹੁੰਦਾ ਕੁਲ, ਉਹਦਾ ਟੋਟਲ। ਇੱਕ ਹੁੰਦਾ ਕੁਲ, ਲੱਲੇ ਦੇ ਪੈਰ 'ਚ ਬਿੰਦੀ, ਕੁਲ ਖਾਨਦਾਨ। ਭਾਵ ਵਿੱਚ ਦੋਏ ਕੁਲ ਤੋਂ ਭਾਵ ਹੈ ਲੋਕ ਪਰਲੋਕ। ਸਾਧ ਹੁੰਦਾ ਸਵਾਰ ਲੈਣਾ। ਸਾਧ ਸੰਗ ਮਿਲ ਦੋਏ ਕੁਲ ਸਾਧ। ਤੂੰ ਸਤ ਸੰਗਤ 'ਚ ਆ ਕੇ, ਗੁਰੂ ਦੀ ਸੰਗਤ ਕਰਕੇ ਆਪਣਾ ਲੋਕ ਪਰਲੋਕ ਦੋਨੋਂ ਸਵਾਰ ਲੈ। ਰਾਮ ਨਾਮ ਨਾਨਕ ਆਰਾਧ। ਉਹ ਸਵਾਰਿਆ ਕਿਵੇਂ ਜਾਏਗਾ? ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਕੇ। ਸਤ ਸੰਗਤ ਕਰ, ਪਰਮਾਤਮਾ ਦਾ ਨਾਮ ਜਪ, ਅਤੇ ਆਪਣੇ ਦੋਨੋਂ ਕੁਲ ਲੋਕ ਪਰਲੋਕ ਸਵਾਰ ਲੈ। ਜਿਹੜਾ ਲੋਕ ਸਵਾਰ ਲੈਂਦਾ ਹੈ, ਪਰਲੋਕ ਉਹਦਾ ਆਪੇ ਹੀ ਸੰਵਰ ਜਾਂਦਾ ਹੈ। ਕਿਉਂ ਲੋਕ ਅਸੀਂ ਸਵਾਰਨਾ ਨਾਮ ਜਪ ਜਪ ਕੇ। ਜਿਹਦਾ ਪ੍ਰੈਜੈਂਟ ਵਧੀਆ ਨਾ, ਉਹਦਾ ਫਿਊਚਰ ਵੀ ਵਧੀਆ ਹੈਗਾ। ਅਤੇ ਜਿਹਦਾ ਪ੍ਰੈਜੈਂਟ ਘਟੀਆ, ਇਹਦਾ ਮਤਲਬ ਉਹਦਾ ਪਾਸਟ ਘਟੀਆ ਸੀ। ਜੇ ਅਸੀਂ ਹੁਣ ਦੁਖੀ ਹਾਂ ਨਾ, ਇਹਦਾ ਮਤਲਬ ਅਸੀਂ ਪਿਛਲੇ ਜਨਮ ਚੰਗੇ ਕੰਮ ਨਹੀਂ ਕੀਤੇ, ਜਿਸ ਕਾਰਨ ਦੁੱਖ ਭੋਗ ਰਹੇ ਹੋ। ਹੁਣ ਸੁਖੀ ਹਾਂ, ਇਹਦਾ ਮਤਲਬ ਪਿੱਛੇ ਵੀ ਠੀਕ ਸੀ ਅਤੇ ਅੱਗੇ ਵੀ ਠੀਕ ਰਹੋ। ਤਾਂ ਗੁਰੂ ਮਹਾਰਾਜ ਸਮਝਾਉਂਦੇ ਨੇ, ਸਾਧ ਸੰਗ ਮਿਲ ਦੋਏ ਕੁਲ ਸਾਧ, ਰਾਮ ਨਾਮ ਨਾਨਕ ਆਰਾਧ। ਸਾਧ ਸੰਗ ਮਿਲ ਦੋਏ ਕੁਲ ਸਾਧ, ਸਾਧ ਸੰਗ ਮਿਲ ਦੋਏ ਕੁਲ ਸਾਧ, ਮਿਲ ਦੋਏ ਕੁਲ ਸਾਧ।
ਸਾਧ ਸਾਧ ਸੰਗ ਮਿਲ ਦੋਇ ਕੁਲ ਸਾਧ ਰਾਮ ਨਾਮ ਨਾਨਕ ਆਰਾਧ ਰਾਮ ਨਾਮ ਨਾਨਕ ਆਰਾਧ ਰਾਮ ਨਾਮ ਨਾਨਕ ਆਰਾਧ ਰਾਮ ਨਾਮ ਨਾਨਕ ਆਰਾਧ। ਜੋ ਤੁਸੀਂ ਮਗਰ ਗਾਉਂਦੇ ਹੋ ਸਾਰੀ ਸੁਸਤੀ ਬੰਦੇ ਦੀ ਰਹਿ ਜਾਂਦੀ ਹੈ, ਬੰਦਾ ਐਕਟਿਵ ਹੋ ਜਾਂਦਾ। ਫਿਰ ਜੋ ਫਲ ਹੈ ਸੁਣ ਕੇ ਗਾਉਣ ਵਾਲੇ ਨੂੰ ਉਹ ਨਾਲੇ ਫਲ ਪ੍ਰਾਪਤ ਹੋ ਜਾਂਦਾ ਹੈ, ਨਾਲੇ ਕਈ ਵਾਰੀ ਕੋਈ ਪੰਕਤੀਆਂ ਮੂੰਹ ਜ਼ਬਾਨੀ ਯਾਦ ਹੋ ਜਾਂਦੀਆਂ ਨੇ, ਸਾਨੂੰ ਬਾਅਦ 'ਚ ਲਾਭ ਰਹਿੰਦਾ ਉਸ ਦਾ। ਗੌੜੀ ਮਹਿਲਾ ਪੰਜਵਾਂ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਕਈ ਵਾਰੀ ਤੁਸੀਂ ਦੇਖਿਆ ਲੋਕ ਹੰਕਾਰ ਚੱਕ ਕੇ ਦਾੜੀ 'ਚ ਹੱਥ ਪੇ, ਤੂੰ ਮੈਨੂੰ ਕੀ ਸਮਝ ਰੱਖਿਆ, ਮੈਂ ਦੇਖਾਂਗਾ ਤੈਨੂੰ, ਨਾਲੇ ਹੱਥ ਫੇਰੀ ਜਾਂ ਦਾੜੀ ਦੇ। ਉਹ ਹੁੰਦਾ ਖਿੰਜੈ ਦਾੜੀ। ਜਿਹੜੀ ਦਾੜੀ ਗਰੀਬਾਂ ਦੇ ਉੱਤੇ ਨਾਰਾਜ਼ ਹੁੰਦੀ ਹੈ, ਖਿੰਜੈ ਦਾ ਨਾਰਾਜ਼ ਹੋਣਾ। ਜਿਹੜੀ ਦਾੜੀ ਗਰੀਬਾਂ 'ਤੇ ਨਾਰਾਜ਼ ਹੁੰਦੀ ਹੈ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਪਰਮਾਤਮਾ ਨੂੰ ਅੱਗ ਵਿੱਚ ਸਾੜ ਦਿੰਦਾ। ਭਾਵ ਕਦੇ ਗਰੀਬਾਂ 'ਤੇ ਨਾਰਾਜ਼ ਨਹੀਂ ਹੋਈਦਾ। ਇਹਨੂੰ ਇਹ ਗਰੀਬ ਹੈ ਤੇ ਉੱਤੇ ਰੋਹ ਪਾਈ ਜਾ। ਸੋ ਗਰੀਬੀ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ। ਹੰਕਾਰ 'ਚ ਆ ਕੇ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੀਦਾ, ਨਹੀਂ ਫਿਰ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਹੈ। ਸੋ ਗਰੀਬਾਂ ਦੇ ਉੱਪਰ ਜੇ ਮੈਨੇ ਜਿਹੜੀ ਦਾੜੀ ਗਰੀਬਾਂ ਦੇ ਉੱਤੇ ਖਿੱਚਦੀ ਹੈ, ਪਰਮਾਤਮਾ ਉਸ ਦਾੜੀ ਨੂੰ ਅੱਗ ਵਿੱਚ ਸਾੜ ਦਿੰਦਾ ਹੈ। ਪੂਰਾ ਨਿਉ ਕਰੇ ਕਰਤਾਰ, ਆਪਣੇ ਦਾਸ ਕੋ ਰਾਖਣ ਹਾਰ। ਪਰਮਾਤਮਾ ਪੂਰਾ ਨਿਆਂ ਕਰਦਾ ਹੈ, ਆਪਣੇ ਦਾਸ ਦੀ ਹਰ ਪ੍ਰਕਾਰ ਦੀ ਰੱਖਿਆ ਕਰਦਾ ਹੈ। ਜਿਹੜਾ ਪਰਮਾਤਮਾ ਦੇ ਦਾਸ, ਪਰਮਾਤਮਾ ਦੇ ਭਗਤ, ਪਰਮਾਤਮਾ ਦਾ ਨਾਮ ਜਪਣ ਵਾਲੇ 'ਤੇ ਨਾਰਾਜ਼ ਹੁੰਦਾ ਨਾ, ਪਰਮਾਤਮਾ ਫਿਰ ਆਪਣੇ ਦਾਸ ਦੀ ਲਾਜ ਰੱਖਦਾ ਅਤੇ ਉਸ ਨੂੰ ਫਿਰ ਸਜ਼ਾ ਦਿੰਦਾ। ਆਦਿ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੂਆ ਉਪਜ ਵਡ ਤਾਪ। ਪਰਮਾਤਮਾ ਜਿਹੜਾ ਤਪ ਤੇਜ ਹੈ, ਇਹ ਤਾਂ ਆਦਿ ਜੁਗਾਦ ਤੋਂ ਹੈ। ਆਦਿ ਜਦੋਂ ਸੰਸਾਰ ਸ਼ੁਰੂ ਹੋਇਆ, ਜੁਗਾਦ ਜਦੋਂ ਯੁੱਗ ਸ਼ੁਰੂ ਹੋਏ, ਉਦੋਂ ਤੇ ਪਰਮਾਤਮਾ ਜਿਹੜਾ ਪ੍ਰਤਾਪ ਹੈ, ਤਪ ਤੇਜ ਹੈ, ਇਹ ਤਾਂ ਸਭ ਨੂੰ ਪਤਾ ਹੈ। ਨਿੰਦਕ ਮੂਆ ਉਪਜ ਵਡ ਤਾਪ। ਅਤੇ ਜਿਹੜਾ ਫਿਰ ਪਰਮਾਤਮਾ ਦੇ ਭਗਤਾਂ ਦੀ ਨਿੰਦਿਆ ਕਰਦਾ ਨਾ, ਉਹਨੂੰ ਤਾਂ ਵੱਡਾ ਦੁੱਖ ਲੱਗਦਾ ਹੈ, ਵੱਡਾ ਦੁੱਖ ਪੈਦਾ ਹੋ ਜਾਂਦਾ ਹੈ, ਅਤੇ ਇਸ ਤਰ੍ਹਾਂ ਫਿਰ ਉਹ ਦੁੱਖ ਕਾਰਨ ਹੀ ਮਰ ਜਾਂਦਾ ਹੈ। ਸੋ ਇਸ ਲਈ ਕਦੇ ਪਰਮਾਤਮਾ ਦੇ ਭਗਤਾਂ ਦੀ ਨਿੰਦਿਆ ਨਹੀਂ ਕਰੀਦੀ, ਸਾਧੂਆਂ ਨੂੰ ਕਦੇ ਤੰਗ ਨਹੀਂ ਕਰੀਦਾ, ਸਾਧੂਆਂ ਨੂੰ ਕਦੇ ਮਖੌਲ ਨਹੀਂ ਕਰੀਦਾ। ਠੀਕ ਹੈ, ਆਪਾਂ ਨੂੰ ਕੋਈ ਸਾਧੂ ਪਸੰਦ ਨਹੀਂ, ਜਾਓ ਹੀ ਨਾ, ਜਾ ਕੇ ਫਜ਼ੂਲ ਦੀ ਉਹਦੀ ਨੁਕਤਾਚੀਨੀ ਕਰਨਾ, ਉਹਨੂੰ ਕੋਈ ਅਬਾ ਤਬਾ ਬੋਲਣਾ, ਆਪਣੇ ਨੁਕਸਾਨ ਕਰਨਾ ਹੁੰਦਾ। ਕਿਉਂਕਿ ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਪਰਮਾਤਮਾ ਨਹੀਂ ਚਾਹੁੰਦਾ ਕਿ ਮੇਰੇ ਨਾਮ ਜਪਣ ਵਾਲੇ ਦੀ ਕੋਈ ਬੇਇੱਜ਼ਤੀ ਕਰੇ। ਇਸ ਲਈ ਪਰਮਾਤਮਾ ਆਪਣੇ ਭਗਤ ਦੇ ਵੱਲ ਹੋ ਜਾਂਦਾ। ਤਿੰਨ ਮਾਰਿਆ ਜੇ ਰੱਖੈ ਨਾ ਕੋਏ, ਆਗੇ ਪਾਛੈ ਮੰਦੀ ਸੋਏ। ਜਿਹੜਾ ਨਿੰਦਕ ਹੁੰਦਾ ਹੈ, ਫਿਰ ਪਰਮਾਤਮਾ ਉਸ ਨੂੰ ਮਾਰਦਾ ਹੈ, ਅਤੇ ਜਦੋਂ ਪਰਮਾਤਮਾ ਨੂੰ ਮਾਰਦਾ ਫਿਰ ਉਹਨੂੰ ਕੋਈ ਰੱਖ ਨਹੀਂ ਸਕਦਾ। ਰੱਖੇ ਨਾ ਕੋਈ, ਉਹਨੂੰ ਕੋਈ ਨਹੀਂ ਰੱਖ ਸਕਦਾ, ਕੋਈ ਨਹੀਂ ਬਚਾ ਸਕਦਾ। ਆਗੇ ਪਾਛੈ ਮੰਦੀ ਸੋਏ। ਸਗੋਂ ਲੋਕ ਪਰਲੋਕ 'ਚ ਉਹਦੀ ਬਦਨਾਮੀ ਹੁੰਦੀ। ਬੰਦੀ ਸੋਏ ਦਾ ਬਦਨਾਮੀ, ਲੋਕ ਪਰਲੋਕ 'ਚ ਉਹਦੀ ਬਦਨਾਮੀ ਹੁੰਦੀ ਹੈ ਵੀ ਇਹ ਨਿੰਦਿਆ ਕਰਿਆ ਕਰਦਾ ਸੀ, ਬਦਨਾਮੀ ਹੁੰਦੀ ਵੀ ਨਿੰਦਕ ਹੈ ਇਹ। ਆਪਣੇ ਦਾਸ ਰਾਖੈ ਕੰਠ ਲਾਏ, ਸ਼ਰਨ ਨਾਨਕ ਹਰ ਨਾਮ ਧਿਆਏ। ਕਹਿੰਦੇ ਭਾਈ ਪਰਮਾਤਮਾ ਦੀ ਸ਼ਰਨ 'ਚ ਆ ਕੇ ਨਾ ਉਹਦਾ ਨਾਮ ਜਪਣਾ ਚਾਹੀਦਾ।
ਫਿਰ ਕੀ ਕਰਦਾ, ਆਪਣੇ ਦਾਸਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ। ਕੰਠ ਗਲ ਨੂੰ ਕਹਿੰਦੇ। ਪਰਮਾਤਮਾ ਆਪਣੇ ਦਾਸ ਨੂੰ ਗਲ ਨਾਲ ਲਾ ਕੇ ਰੱਖਦਾ, ਇਸ ਲਈ ਉਹਦੀ ਸ਼ਰਨ 'ਚ ਆ ਕੇ ਉਹਦਾ ਨਾਮ ਜਪਣਾ ਚਾਹੀਦਾ। ਫਿਰ ਜਿਹੜਾ ਉਹਦੀ ਸ਼ਰਨ 'ਚ ਆ ਕੇ ਉਹਦਾ ਨਾਮ ਜਪਦਾ, ਪਰਮਾਤਮਾ ਉਹਨੂੰ ਵੀ ਆਪਣੇ ਗਲ ਨਾਲ ਲਾਉਂਦਾ ਹੈ। ਕਿਉਂਕਿ ਪਰਮਾਤਮਾ ਨੂੰ ਸਭ ਤੋਂ ਪਿਆਰਾ ਉਹੀ ਬੰਦਾ ਲੱਗਦਾ ਜਿਹੜਾ ਉਹਦਾ ਨਾਮ ਜਪਦਾ ਹੈ। ਇਸ ਲਈ ਭਾਈ ਜਿੰਨਾ ਵੀ ਸਮਾਂ ਮਿਲੇ ਨਾਮ ਜਪੀਦਾ ਹੁੰਦਾ। ਗੌੜੀ ਮਹਿਲਾ ਪੰਜਵਾਂ। ਮਹਿਜ਼ਰ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਆਪਾਂ ਕਿਸੇ ਨੂੰ ਸ਼ਿਕਾਇਤ ਲਾਉਂਦੇ, ਕਿਸੇ 'ਤੇ ਐਪਲੀਕੇਸ਼ਨ ਦਿੰਦੇ ਨਾ, ਕੰਪਲੇਂਟ ਕਰਦੇ ਹਾਂ, ਕਿਸੇ ਦੀ ਸ਼ਿਕਾਇਤ ਲਾਉਂਦੇ ਹਾਂ, ਉਹ ਜਿਹੜੀ ਅਰਜ਼ੀ ਹੈ ਜਿਸ 'ਚ ਸ਼ਿਕਾਇਤ ਲਿਖੀ ਹੁੰਦੀ ਹੈ ਉਹਨੂੰ ਅਰਬੀ ਭਾਸ਼ਾ 'ਚ ਮਹਿਜ਼ਰ ਕਹਿੰਦੇ ਨੇ। ਮਹਿਜ਼ਰ ਝੂਠਾ ਕੀਤੋਨ ਆਪ। ਕੀ ਹੋਇਆ ਬਈ, ਗੁਰੂ ਮਹਾਰਾਜ ਦੇ ਵਿਰੁੱਧ ਇਹ ਜਿਹੜੇ ਨਿੰਦਕ ਸਨ, ਵਿਰੋਧੀ ਸਨ, ਉਹਨਾਂ ਨੇ ਅਕਬਰ ਦੇ ਦਰਬਾਰ ਦੇ ਵਿੱਚ ਐਪਲੀਕੇਸ਼ਨ ਦੇ ਅਰਜ਼ੀ ਦਿੱਤੀ। ਜਦੋਂ ਅਕਬਰ ਨੇ ਇਨਕੁਆਇਰੀ ਕੀਤੀ ਤਾਂ ਉਹਨਾਂ ਦੀ ਅਰਜ਼ੀ ਝੂਠੀ ਨਿਕਲੀ। ਫਿਰ ਉਹ ਸ਼ਰਮਿੰਦੇ ਹੋ ਗਏ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮਹਿਜ਼ਰ ਝੂਠਾ ਕੀਤੋਨ ਆਪ। ਪਰਮਾਤਮਾ ਨੇ ਜਿਹੜਾ ਸ਼ਿਕਾਇਤ ਪੱਤਰ ਸੀ ਆਪ ਹੀ ਝੂਠਾ ਸਾਬਤ ਕਰ ਦਿੱਤਾ। ਪਾਪੀ ਕੋ ਲਾਗਾ ਸੰਤਾਪ, ਜਿਸ ਨੇ ਉਹ ਸ਼ਿਕਾਇਤ ਕੀਤੀ ਸੀ ਉਹਨੂੰ ਫਿਰ ਬੜਾ ਦੁੱਖ ਸਹਿਣਾ ਪਿਆ। ਉਹਨੂੰ ਦੁੱਖ ਸਹਿਣਾ ਪਿਆ ਵੀ ਤੂੰ ਗੁਰੂਆਂ ਦੇ ਵਿਰੁੱਧ ਝੂਠੀਆਂ ਸ਼ਿਕਾਇਤਾਂ ਕਰਦਾ। ਪਰਮਾਤਮਾ ਫਿਰ ਨਾਰਾਜ਼ ਹੋ ਜਾਂਦਾ ਹੈ, ਅਤੇ ਜਿਹਦੇ 'ਤੇ ਪਰਮਾਤਮਾ ਨਾਰਾਜ਼ ਹੋ ਤਾਂ ਲੋਕ ਪਰਲੋਕ ਹੀ ਨਹੀਂ ਰਹਿੰਦਾ ਹੈ, ਫਿਰ ਉਹਨੂੰ ਦੁੱਖ ਸਹਿਣਾ ਪੈਂਦਾ। ਜਿਸੈ ਸਹਾਈ ਗੋਬਿੰਦ ਮੇਰਾ, ਤਿਸ ਕੋ ਜਮ ਨਹੀਂ ਆਵੈ ਨੇਰਾ। ਜਿਹਦੀ ਸਹਾਇਤਾ ਮੇਰਾ ਪਰਮਾਤਮਾ ਕਰੇ ਉਹਦੇ ਨੇੜੇ ਜਮ ਨਹੀਂ ਆਉਂਦੇ, ਜਮ ਉਹਨੂੰ ਲੈਣ ਹੀ ਨਹੀਂ ਆਉਂਦੇ। ਅਤੇ ਪਰਮਾਤਮਾ ਸਹਾਇਤਾ ਕਿਸ ਦੀ ਕਰਦਾ? ਜਿਹੜਾ ਉਹਦਾ ਨਾਮ ਜਪਦਾ ਹੈ। ਜਿਹੜਾ ਉਹਦਾ ਨਾਮ ਜਪਦਾ ਫਿਰ ਪਰਮਾਤਮਾ ਨੇ ਕਿਹਾ ਵੀ ਜਿਹੜਾ ਮੇਰਾ ਨਾਮ ਜਪਦਾ, ਹੇ ਭਾਈ ਜਮੋ ਤੁਸੀਂ ਉਹਦੇ ਕੋਲ ਨਹੀਂ ਜਾਣਾ, ਜਮਦੂਤ ਉਸ ਨੂੰ ਲੈਣ ਹੀ ਨਹੀਂ ਆਉਂਦੇ। ਕਿਉਂ ਜੇ ਜਮਦੂਤ ਲੈਣ ਆਉਣਗੇ ਤਾਂ ਫਿਰ ਸਾਨੂੰ ਧਰਮਰਾਜ ਕੋਲ ਲੈ ਕੇ ਜਾਣਗੇ। ਧਰਮਰਾਜ ਫਿਰ ਸਾਡਾ ਹਿਸਾਬ ਕਿਤਾਬ ਕਰੇਗਾ, ਸਾਨੂੰ ਸਜ਼ਾਵਾਂ ਵੀ ਮਿਲ ਸਕਦੀਆਂ ਹਨ। ਜੇ ਜਮਦੂਤ ਹੀ ਨਹੀਂ ਆਉਂਦੇ ਤਾਂ ਅਸੀਂ ਧਰਮਰਾਜ ਕੋਲ ਨਹੀਂ ਜਾਵਾਂਗੇ ਅਤੇ ਨਾ ਫਿਰ ਸਾਨੂੰ ਕੋਈ ਸਜ਼ਾ ਮਿਲੇਗੀ। ਇਸ ਲਈ ਨਾਮ ਜਪਦੇ ਰਹਿਣਾ ਚਾਹੀਦਾ ਹੁੰਦਾ। ਜਿਸੈ ਸਹਾਈ ਗੋਬਿੰਦ ਮੇਰਾ, ਤਿਸ ਕੋ ਜਮ ਨਹੀਂ ਆਵੈ ਨੇਰਾ। ਜਿਸੈ ਸਹਾਈ ਗੋਬਿੰਦ ਮੇਰਾ, ਜਿਸੈ ਸਹਾਈ ਗੋਬਿੰਦ ਮੇਰਾ, ਜਿਸੈ ਸਹਾਈ ਗੋਬਿੰਦ ਮੇਰਾ, ਜਿਸੈ ਸਹਾਈ ਗੋਬਿੰਦ ਮੇਰਾ, ਤਿਸ ਕੋ ਜਮ ਨਹੀਂ ਆਵੈ ਨੇਰਾ। ਤਿਸ ਕੋ ਜਮ ਨਹੀਂ ਆਵੈ ਨੇਰਾ, ਤਿਸ ਕੋ ਜਮ ਨਹੀਂ ਆਵੈ ਨੇਰਾ, ਤਿਸ ਕੋ ਜਮ ਨਹੀਂ ਆਵੈ ਨੇਰਾ। ਸਾਚੀ ਦਰਗਾਹ ਬੋਲੇ ਕੂੜ, ਸਿਰ ਹਾਥ ਪਛੋੜੈ ਅੰਧਾ ਬੋੜ। ਜਿਹੜਾ ਪਰਮਾਤਮਾ ਦੀ ਦਰਗਾਹ 'ਚ ਝੂਠ ਬੋਲਦਾ ਹੈ, ਪਰਮਾਤਮਾ ਦੀ ਹਜ਼ੂਰੀ, ਗੁਰੂ ਦੀ ਹਜ਼ੂਰੀ, ਸਾਧੂ ਦੀ ਹਜ਼ੂਰੀ 'ਚ ਝੂਠ ਬੋਲਦਾ ਹੈ ਕਿ ਸਾਧੂ ਦਾ ਦਰਬਾਰ ਵੀ ਸੱਚਾ ਦਰਬਾਰ ਹੈ, ਗੁਰੂ ਦਾ ਦਰਬਾਰ ਵੀ ਸੱਚਾ ਦਰਬਾਰ ਹੈ। ਸੋ ਸੱਚੇ ਦਰਬਾਰ ਦੇ ਵਿੱਚ ਜਿਹੜਾ ਝੂਠ ਬੋਲਦਾ ਹੈ, ਸਿਰ ਹਾਥ ਪਛੋੜੈ ਅੰਧਾ ਮੂੜ। ਅੰਧਾ ਭਾਵ ਅਗਿਆਨੀ, ਮੂੜ ਬਣੇ ਮੂਰਖ।
ਉਹ ਅਗਿਆਨੀ, ਉਹ ਮੂਰਖ ਆਪਣੇ ਹੱਥਾਂ ਨਾਲ ਹੀ ਆਪਣੇ ਸਿਰ ਨੂੰ ਪਿੱਟਦਾ ਰਹਿੰਦਾ ਹੈ, ਆਪਣੇ ਹੱਥਾਂ ਨਾਲ ਹੀ ਆਪਣੇ ਸਿਰ ਨੂੰ ਕੁੱਟਦਾ ਰਹਿੰਦਾ ਹੈ, ਕਿਉਂਕਿ ਉਹ ਦਰਗਾਹ 'ਤੇ ਜਾ ਕੇ ਝੂਠ ਬੋਲਿਆ ਹੈ। ਇਸ ਲਈ ਸਾਧੂਆਂ ਦੇ ਅੱਗੇ, ਗੁਰੂ ਦੀ ਹਜ਼ੂਰੀ 'ਚ, ਸੰਤਾਂ ਮਹਾਤਮਾ ਹਜ਼ੂਰੀ ਝੂਠ ਨਹੀਂ ਬੋਲੀਦਾ ਹੁੰਦਾ। ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭਾਪ। ਅਦਲੀ ਫਾਰਸੀ ਦਾ ਸ਼ਬਦ ਹੈ, ਜਿਹਨੂੰ ਕਹਿੰਦੇ ਜੱਜ, ਨਿਆਂਕਾਰ, ਜਿਹੜਾ ਨਿਆਂ ਕਰਨ ਵਾਲਾ ਅਦਲੀ ਜੱਜ। ਰੋਗ ਵਿਆਪੇ ਕਰਦੇ ਪਾਪ, ਲੋਕ ਪਾਪ ਕਰਦੇ ਨੇ, ਫਿਰ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਨੇ। ਮਨੁੱਖ ਪਾਪ ਕਰਮ ਕਰਦੇ, ਨਤੀਜੇ ਵਜੋਂ ਨਾਲ ਰੋਗ ਚੰਬੜ ਜਾਂਦੇ ਹਨ। ਅਦਲੀ ਹੋਏ ਬੈਠਾ ਪ੍ਰਭਾਵ, ਉਹਦੇ ਕਰਮਾਂ ਦਾ ਫਿਰ ਹਿਸਾਬ ਕਿਤਾਬ ਪਰਮਾਤਮਾ ਆਪ ਕਰਦਾ, ਜੱਜ ਬਣ ਕੇ। ਪਰਮਾਤਮਾ ਆਪ ਜੱਜ ਬਣ ਕੇ ਬੈਠਾ, ਫਿਰ ਜਿਹੜੇ ਕਰਮ ਕਰਦਾ ਨਾ ਪਾਪ ਕਰਮ, ਉਹਦਾ ਫਿਰ ਫੈਸਲਾ ਉਹ ਆਪ ਕਰਦਾ। ਆਪਨ ਕਮਾਇਆ ਆਪੇ ਬਾਂਧੇ, ਦਰਬ ਗਿਆ ਸਭ ਜੀ ਕੈ ਸਤ ਹੈ। ਆਪਨ ਕਮਾਇਆ, ਆਪਣੇ ਕਰਮਾਂ ਕਾਰਨ ਆਪੇ ਬਾਂਧੇ, ਮਨੁੱਖ ਆਪ ਹੀ ਬੱਝ ਜਾਂਦੇ ਨੇ। ਆਪਣੇ ਕਰਮਾਂ ਕਾਰਨ ਹੀ ਮਨੁੱਖ ਬੱਝ ਜਾਂਦਾ ਹੈ। ਮਾੜੇ ਕੰਮ ਕੀਤੇ ਫਿਰ ਵਕਤ ਨੂੰ ਪੜਿਆ ਜਾਂਦਾ। ਦਰਬ ਗਿਆ ਸਭ ਜੀ ਕੈ ਸਤ, ਤੇ ਜਿਸ ਮਾਇਆ ਦੀ ਖਾਤਰ, ਦਰਬ ਮਾਇਆ ਨੂੰ ਕਹਿੰਦੇ, ਜਿਸ ਮਾਇਆ ਦੀ ਖਾਤਰ ਪੁੱਠੇ ਕੰਮ ਕੀਤੇ ਸਨ, ਉਹ ਮਾਇਆ ਤੇ ਜਦੋਂ ਇਹ ਜਿੰਦ ਗਈ, ਉਹ ਮਾਇਆ ਵੀ ਖਤਮ ਹੋ ਗਈ। ਮਾਇਆ ਤੇ ਉਨਾ ਚਿਰ ਹੀ ਹੈ ਜਿੰਨਾ ਚਿਰ ਅਸੀਂ ਜਿਉਂਦੇ ਹਾਂ। ਜਦੋਂ ਸਾਡੇ ਵਿੱਚੋਂ ਜਿੰਦ ਹੀ ਨਿਕਲ ਗਈ ਹੈ ਤਾਂ ਮਾਇਆ ਵੀ ਗਈ ਫਿਰ। ਇਸ ਲਈ ਕਹਿੰਦੇ, ਤੇ ਫਿਰ ਜਿਹੜਾ ਮਾਇਆ ਦੀ ਖਾਤਰ ਜੋ ਪਾਪ ਕੀਤੇ ਸਨ, ਉਹ ਨਾਲ ਜਾਣੇ ਨੇ। ਮਾਇਆ ਤੇ ਇੱਥੇ ਰਹਿ ਜਾਣੀ ਹੈ, ਉਹ ਤਾਂ ਮਗਰੋਂ ਘਰ ਵਾਲੇ, ਧੀਆਂ ਪੁੱਤਰ, ਰਿਸ਼ਤੇਦਾਰ ਵਰਤ ਲੈਣਗੇ। ਮਾਇਆ ਦੀ ਖਾਤਰ ਜੋ ਪਾਪ ਕੀਤੇ, ਉਹ ਆਪ ਨੂੰ ਭੋਗਣੇ ਪੈਂਦੇ ਨੇ, ਉਹ ਆਪ ਨੂੰ ਭੋਗਣੇ ਪੈਂਦੇ। ਇਸ ਲਈ ਮਨੁੱਖ ਆਪਣੇ ਕਰਮਾਂ ਕਰਕੇ ਆਪ ਹੀ ਬੱਝ ਜਾਂਦਾ ਹੈ। ਤੇ ਮਾਇਆ ਦੀ ਖਾਤਰ ਮਾੜੇ ਕਰਮ ਕੀਤੇ, ਤੇ ਮਾਇਆ ਜਦੋਂ ਜਿੰਦ ਗਈ, ਮਾਇਆ ਨਾਲ ਹੀ ਚਲੀ ਗਈ। ਨਾਨਕ ਸ਼ਰਨ ਪਰੇ ਦਰਬਾਰ, ਰਾਖੀ ਪੈਜ ਮੇਰੇ ਕਰਤਾਰ। ਜੋ ਪਰਮਾਤਮਾ ਦੇ ਦਰ 'ਤੇ ਆ ਕੇ ਪਰਮਾਤਮਾ ਦੀ ਸ਼ਰਨ 'ਚ ਪੈ ਜਾਂਦੇ ਹਨ, ਪਰਮਾਤਮਾ ਫਿਰ ਕਹਿੰਦੇ ਰਾਖੀ ਪੈਜ ਮੇਰੇ ਕਰਤਾਰ, ਮੇਰੇ ਪਰਮਾਤਮਾ ਨੇ ਫਿਰ ਇੱਜ਼ਤ ਰੱਖੀ। ਜਿਹੜੇ ਪਰਮਾਤਮਾ ਦੀ ਸ਼ਰਨ 'ਚ ਆ ਜਾਂਦੇ ਨੇ, ਫਿਰ ਪਰਮਾਤਮਾ ਦੀ ਇੱਜ਼ਤ ਰੱਖਦਾ, ਲਾਜ ਰੱਖਦਾ। ਪੈਜ ਇੱਜ਼ਤ, ਲਾਜ ਰੱਖਦਾ। ਗੌੜੀ ਮਹਿਲਾ ਪੰਜਵਾਂ। ਜਨ ਕੀ ਧੂਰ ਮਨ ਮੀਠ ਖਟਾਨੀ, ਪੂਰਬ ਕਰਮ ਲਿਖਿਆ ਧੁਰ ਪ੍ਰਾਣੀ। ਪਿਛਲੇ ਕਰਮਾਂ ਕਾਰਨ ਧੁਰੋਂ ਹੀ ਜਿਹਦੇ ਭਾਗਾਂ 'ਚ ਪਰਮਾਤਮਾ ਨੇ ਲਿਖ ਦਿੱਤਾ ਨਾ, ਉਹਨੂੰ ਜਨ ਕੀ ਧੂਰ, ਪਰਮਾਤਮਾ ਦੇ ਭਗਤਾਂ ਦੀ ਚਰਨ ਧੂੜ, ਮਨ ਮੀਠ ਖਟਾਨੀ, ਮਨ ਨੂੰ ਮਿੱਠੀ ਲੱਗਦੀ ਹੈ, ਮਨ ਨੂੰ ਚੰਗੀ ਲੱਗਦੀ ਹੈ। ਸਾਡੇ ਪਿਛਲੇ ਕਰਮਾਂ ਕਾਰਨ ਉਹਨਾਂ ਵੇਖ ਕੇ ਪਰਮਾਤਮਾ ਨੇ ਲਿਖਤਾ ਸਾਡੀ ਜ਼ਿੰਦਗੀ 'ਚ, ਉਹ ਲਿਖਤ ਕਾਰਨ ਫਿਰ ਜਿਹੜੇ ਸਾਧੂ ਦੀ ਚਰਨ ਧੂੜ ਹੈ, ਉਹ ਸਾਨੂੰ ਚੰਗੀ ਲੱਗਦੀ ਹੈ। ਜੇ ਸਾਧੂ ਚੰਗੇ ਲੱਗਣਗੇ ਤਾਂ ਹੀ ਉਹਨਾਂ ਦੀ ਚਰਨ ਧੂੜ ਚੰਗੀ ਲੱਗੇਗੀ। ਮੇਰੀ ਗੱਲ ਸਿਰਫ ਉਹਨਾਂ ਨੂੰ ਹੀ ਚੰਗੀ ਲੱਗਦੀ ਹੈ ਜਿਹੜੇ ਮੈਨੂੰ ਚੰਗਾ ਸਮਝਦੇ ਨੇ। ਜਿਹੜੇ ਮੈਨੂੰ ਚੰਗਾ ਨਹੀਂ ਸਮਝਦੇ, ਮੈਂ ਕਿੰਨੀ ਵੀ ਵਧੀਆ ਗੱਲ ਤੇ ਮੈਂ ਗੁਰੂ ਦੀ ਕਰ ਰਿਹਾ ਕਿ ਨਹੀਂ, ਪਰ ਉਹਨਾਂ ਨੂੰ ਚੰਗੀ ਨਹੀਂ ਲੱਗੇਗੀ, ਕਿਉਂਕਿ ਮੈਂ ਹੀ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ। ਸਾਨੂੰ ਜੋ ਟ੍ਰੇਨਿੰਗ ਅਸੀਂ ਲਈ, ਸਾਨੂੰ ਇੱਕੋ ਹੀ ਗੱਲ ਸਿਖਾਈ ਜਾਂਦੀ ਸੀ ਕਿ ਬੱਚੇ ਨੂੰ ਤੁਹਾਡੇ ਨਾਲ ਨਫ਼ਰਤ ਨਹੀਂ ਹੋਣੀ ਚਾਹੀਦੀ। ਤੁਹਾਡੇ ਵਿਦਿਆਰਥੀ ਨੂੰ ਤੁਹਾਡੇ ਨਾਲ ਨਫ਼ਰਤ ਨਹੀਂ ਹੋਣੀ ਚਾਹੀਦੀ। ਜੇ ਉਹਨੂੰ ਤੁਹਾਡੇ ਨਾਲ ਨਫ਼ਰਤ ਹੋ ਗਈ, ਤੁਹਾਡੇ ਸਬਜੈਕਟ ਦੇ ਨਾਲ ਵੀ ਉਹਨੂੰ ਨਫ਼ਰਤ ਹੋ ਜਾਣੀ, ਅਤੇ ਉਹਨੇ ਤੁਹਾਡਾ ਸਬਜੈਕਟ ਪੜ੍ਹਨਾ ਹੀ ਨਹੀਂ, ਉਹ ਫੇਲ ਹੋ ਜਾਏਗਾ, ਉਹ ਫੇਲ ਹੋ ਜਾਏਗਾ। ਕੋਸ਼ਿਸ਼ ਕਰਨੀ ਹੈ ਕਿ ਬੱਚਾ ਤੁਹਾਨੂੰ ਨਫ਼ਰਤ ਨਾ ਕਰੇ।
ਜੇ ਵਿਦਿਆਰਥੀ ਤੁਹਾਨੂੰ ਨਫ਼ਰਤ ਕਰੇਗਾ ਤਾਂ ਜਿਹੜਾ ਸਬਜੈਕਟ ਤੁਸੀਂ ਪੜ੍ਹਾ ਰਹੇ ਹੋ ਉਹ ਸਬਜੈਕਟ ਨੂੰ ਵੀ ਉਹ ਨਫ਼ਰਤ ਕਰੇਗਾ ਅਤੇ ਉਸ ਦੇ ਵਿੱਚ ਕਮਜ਼ੋਰ ਰਹਿ ਜਾਏਗਾ ਜਾਂ ਫੇਲ ਹੋ ਜਾਏਗਾ, ਉਹਦਾ ਨੁਕਸਾਨ ਹੋ ਜਾਏਗਾ। ਇਸ ਲਈ ਜਿਸ ਨੂੰ ਮੈਂ ਨਹੀਂ ਚੰਗਾ ਲੱਗਦਾ, ਮੈਂ ਭਾਵੇਂ ਕਿੰਨੀ ਵੀ ਚੰਗੀ ਗੱਲ ਕਿਉਂ ਨਾ ਕਰਾਂ, ਮੇਰੀ ਉਹ ਗੱਲ ਉਸ ਨੂੰ ਚੰਗੀ ਨਹੀਂ ਲੱਗੇਗੀ, ਕਿਉਂਕਿ ਮੈਂ ਹੀ ਉਹਨੂੰ ਚੰਗਾ ਨਹੀਂ ਲੱਗ ਰਿਹਾ। ਜਿਹਨੂੰ ਸਾਧੂ ਚੰਗੇ ਨਹੀਂ ਲੱਗਦੇ, ਸਾਧੂ ਭਾਵੇਂ ਕਿੰਨੀ ਵਧੀਆ ਗੱਲ ਕਿਉਂ ਨਾ ਕਰਨ, ਉਹਨੂੰ ਚੰਗੀ ਨਹੀਂ ਲੱਗੇਗੀ ਉਹ, ਕਿਉਂਕਿ ਉਹਨੂੰ ਸਾਧੂ ਹੀ ਨਹੀਂ ਚੰਗੇ ਲੱਗਦੇ। ਇਸ ਲਈ ਕਹਿੰਦੇ ਜਨ ਕੀ ਧੂਰ ਮਨ ਮੀਠ ਖਟਾਨੀ, ਪਰਮਾਤਮਾ ਦੇ ਭਗਤਾਂ ਦੀ ਚਰਨ ਧੂੜ ਉਸ ਦੇ ਮਨ ਨੂੰ ਹੀ ਚੰਗੀ ਲੱਗਦੀ ਹੈ। ਕਿਸ ਦੇ ਮਨ ਨੂੰ? ਪੂਰਵ ਕਰਮ ਲਿਖਿਆ ਧੁਰ ਪੁਰਾਣੀ, ਧੁਰੋਂ ਹੀ ਜਿਹਦੇ ਭਾਗਾਂ ਵਿੱਚ ਅਜਿਹਾ ਲਿਖਿਆ ਹੋਇਆ ਹੈ, ਜਿਹਦੇ ਭਾਗਾਂ 'ਚ ਪਹਿਲਾਂ ਹੀ ਲਿਖਿਆ ਹੋਇਆ ਹੈ ਕਿ ਤੈਨੂੰ ਚਰਨ ਧੂੜ ਚੰਗੀ ਲੱਗੇਗੀ, ਸਿਰਫ ਉਸੇ ਨੂੰ ਹੀ ਚੰਗੀ ਲੱਗਦੀ ਹੈ। ਅਹਿਮ ਬੁੱਧ, ਇਹਨੂੰ ਅਹੰਗ ਬੁੱਧ ਨਹੀਂ ਪੜ੍ਹਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਇਹਨੂੰ ਅਹੰਗ ਬੁੱਧ ਨਹੀਂ ਪੜ੍ਹਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਇਹਨੂੰ ਆੜਾ ਹਾਹਾ ਮਮਾ ਪੜ੍ਹਨਾ। ਆਪਾ ਜਿਹੜੀ ਹੈ ਗੁਰਬਾਣੀ 'ਚ ਟਿੱਪੀ ਅੱਧੇ ਗੱਗੇ ਦੀ ਆਵਾਜ਼ ਕੱਢਦੀ ਹੈ, ਇਸ ਲਈ ਆਪਾਂ ਇਹਨੂੰ ਅਹੰਗ ਬੁੱਧ ਕਹਿ ਦਿੰਦੇ ਹਾਂ। ਨਹੀਂ, ਇਹ ਸੰਸਕ੍ਰਿਤ ਹੈ, ਇੱਥੇ ਟਿੱਪੀ ਮੰਮੇ ਦੀ ਆਵਾਜ਼ ਦਿੰਦੀ ਹੈ। ਅਹਿਮ ਬੁੱਧ, ਅਹਿਮ ਹੰਕਾਰ ਨੂੰ ਕਹਿੰਦੇ ਨੇ। ਅਹਿਮ ਬੁੱਧ ਹੰਕਾਰੀ ਮਤ, ਅਹਿਮ ਬੁੱਧ ਮਨ ਪੂਰ ਥਿੰਦਾਈ। ਇਹਨੂੰ ਥਿੰਦਾਈ ਪੜ੍ਹਨਾ, ਥੱਥੇ ਦੀ ਟਿੱਪੀ ਲਾ ਕੇ। ਜਿਹੜੀ ਹੰਕਾਰੀ ਮਤ ਜਿਹਦੇ ਹੋਵੇ, ਉਹਦਾ ਮਨ ਪੂਰੀ ਤਰ੍ਹਾਂ ਥਿੰਦਾ ਹੋ ਜਾਂਦਾ ਹੈ, ਅਤੇ ਥਿੰਦੀ ਚੀਜ਼ 'ਤੇ ਕੋਈ ਦੂਜੀ ਚੀਜ਼ ਅਸਰ ਨਹੀਂ ਕਰਦੀ। ਤੁਸੀਂ ਸਰੋਂ ਦਾ ਤੇਲ ਜਾਂ ਘਿਓ ਫਰਸ਼ 'ਤੇ ਡੋਲ ਦਿਓ, ਜਿਉਂ ਹੀ ਤੁਸੀਂ ਉਸ 'ਤੇ ਪੈਰ ਧਰੋਗੇ ਤੁਹਾਡਾ ਪੈਰ ਤਿਲਕ ਜਾਏਗਾ, ਟਿਕੇਗਾ ਨਹੀਂ। ਥਿੰਦੀ ਚੀਜ਼ 'ਤੇ ਕੋਈ ਹੋਰ ਚੀਜ਼ ਨਹੀਂ ਟਿਕਿਆ ਕਰਦੀ। ਮਨ ਜਿਹੜਾ ਹੈ ਸਾਡਾ ਹੰਕਾਰ ਦੇ ਨਾਲ ਇੰਨਾ ਥਿੰਦਾ ਹੋ ਗਿਆ ਕਿ ਇਸ 'ਤੇ ਗੁਰੂ ਦੀ ਗੱਲ ਦਾ ਅਸਰ ਹੀ ਨਹੀਂ ਹੁੰਦਾ, ਉਹ ਤਿਲਕ ਜਾਂਦਾ। ਗੁਰੂ ਦੀ ਗੱਲ ਹੀ ਉੱਥੋਂ ਤਿਲਕ ਜਾਂਦੀ ਹੈ। ਹੁਣ ਇਹ ਥਿੰਦਾਪਣ ਦੂਰ ਕਿਵੇਂ ਹੋਵੇ? ਜੇ ਤਾਂ ਦੇਖੋ ਘਿਓ ਦਾ, ਸਰੋਂ ਤੇਲ ਦਾ ਥਿੰਦਾ ਹੋਵੇ, ਫਿਰ ਤਾਂ ਚਲੋ ਆਪਾਂ ਪੋਚਾ ਪਾਚਾ ਫੇਰ ਕੇ ਸਾਫ਼ ਕਰ ਦਾਂਗੇ। ਇਹ ਤਾਂ ਹੰਕਾਰ ਦੀ ਥਿੰਦਿਆਈ ਲੱਗੀ ਹੋਈ ਹੈ। ਸਾਧ ਧੂਰ ਕਰ ਸ਼ੁੱਧ ਮੰਜਾਈ, ਸਾਧੂ ਦੀ ਚਰਨ ਧੂੜ ਦੇ ਨਾਲ ਇਹਨੂੰ ਮਾਂਜਿਆ ਜਾਂਦਾ ਹੈ ਅਤੇ ਫਿਰ ਸ਼ੁੱਧ ਹੋ ਜਾਂਦਾ। ਸੋ ਨਿਮਰਤਾ ਸਹਿਤ ਗੁਰੂ ਦੀ ਸੰਗਤ ਕਰਨਾ, ਇਸ ਤਰ੍ਹਾਂ ਮਨ ਹੌਲੀ ਹੌਲੀ ਮਾਂਜਿਆ ਜਾਂਦਾ, ਮਨ ਸ਼ੁੱਧ ਹੋ ਜਾਂਦਾ, ਇਹਦੇ ਤੋਂ ਹੰਕਾਰ ਦੀ ਥਿੰਦਿਆਈ ਲੈ ਜਾਂਦੀ ਹੈ। ਅਨਿਕ ਜਲਾ ਜੇ ਧੋਵੈ ਦੇਹੀ, ਮੈਲ ਨਾ ਉਤਰੈ ਸ਼ੁੱਧ ਨ ਤੇਹੀ। ਅਨਿਕ ਜਲਾ, ਅਨੇਕਾਂ ਵਾਰ ਪਾਣੀ ਦੇ ਵਿੱਚ ਜੇ ਕੋਈ ਦੇਹੀ ਧੋਵੇ, ਸਰੀਰ ਧੋਵੇ, ਜਰਾ ਅਨੇਕਾਂ ਵਾਰ ਪਾਣੀ ਦੇ ਵਿੱਚ ਜੇ ਕੋਈ ਆਪਣੀ ਦੇਹੀ ਧੋਵੇ, ਆਪਣਾ ਸਰੀਰ ਧੋਵੇ, ਮੈਲ ਨਾ ਉਤਰੈ, ਮਨ ਦੀ ਮੈਲ ਨਹੀਂ ਲੈਂਦੀ, ਸ਼ੁੱਧ ਨਾ ਤੇਹੀ, ਅਤੇ ਮਨ ਸ਼ੁੱਧ ਨਹੀਂ ਹੁੰਦਾ। ਇਸ਼ਨਾਨ ਕਰਨ ਨਾਲ ਮਨ ਦੀ ਮੈਲ ਨਹੀਂ ਲੈਂਦੀ, ਇਸ਼ਨਾਨ ਕਰਨਾ ਸਰੀਰ ਦੀ ਮੈਲ ਲੈਂਦੀ ਹੈ, ਮਨ ਦੀ ਮੈਲ ਦੇ ਨਾਮ ਜਪ ਕੇ ਲੈਂਦੀ ਹੈ। ਭਾਵੇਂ ਜਿੰਨੇ ਮਰਜ਼ੀ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰ ਲਓ, ਮਨ ਮੈਲੇ ਦਾ ਮੈਲ ਹੀ ਰਹਿੰਦਾ, ਮਨ ਦੀ ਮੈਲ ਨਹੀਂ ਲੈਂਦੀ। ਮਨ ਦੀ ਮੈਲ ਲੈਂਦੀ ਹੈ ਨਾਮ ਜਪ ਕੇ, ਬਾਣੀ ਪੜ੍ਹ ਕੇ। ਸਰੀਰ ਦੀ ਮੈਲ ਲੈਂਦੀ ਹੈ ਪਾਣੀ ਨਾਲ ਨਹਾ ਕੇ। ਅਤੇ ਸਿੱਖ ਨੂੰ ਦੋਨੋਂ ਹੁਕਮ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਤੂੰ ਪਹਿਲਾਂ ਇਸ਼ਨਾਨ ਕਰ, ਪਾਣੀ ਨਾਲ ਸਰੀਰ ਧੋ, ਫਿਰ ਸਿਮਰਨ ਕਰ। ਵਿੱਚ ਤੂੰ ਨਹਾਏਗਾ ਤੇਰਾ ਸਰੀਰ ਸਾਫ਼ ਹੋ ਜਾਏਗਾ, ਜਦ ਤੂੰ ਸਿਮਰਨ ਕਰੇਗਾ ਤੇਰਾ ਮਨ ਸਾਫ਼ ਹੋ ਜਾਏਗਾ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਨਿਰਮਲ, ਤਾਂ ਜਾ ਕੇ ਗੱਲ ਬਣੇਗੀ। ਅਸੀਂ ਬਾਹਰੋਂ ਨਿਰਮਲ ਹੈ, ਮਨ ਮੈਲਾ ਹੈ,
ਨਹੀਂ ਗੱਲ ਬਣਦੀ, ਨਹੀਂ ਬਣਦੀ। ਗੱਲ ਤਾਂ ਉਦੋਂ ਬਣੇਗੀ ਜਦੋਂ ਅਸੀਂ ਅੰਦਰੋਂ ਬਾਹਰੋਂ ਸਾਫ਼ ਹੋਵਾਂਗੇ। ਅਤੇ ਅੰਦਰੋਂ ਬਾਹਰੋਂ ਸਾਫ਼ ਹੋਣ ਦਾ ਇਹੀ ਢੰਗ ਹੈ ਕਿ ਭਈ ਬਾਹਰੋਂ ਤਾਂ ਨਹਾਉਣਾ ਤਾਂ ਜੋ ਸਰੀਰ ਸਾਫ਼ ਹੋ ਜਾਏ, ਅਤੇ ਅੰਦਰੋਂ ਨਾਮ ਬਾਣੀ ਦੇ ਨਾਲ ਅੰਦਰਲੀ ਮੈਲ ਲਾਉਣੀ ਹੈ। ਅਨਕ ਜਲਾ ਜੇ ਧੋਵੈ ਦੇਹੀ, ਜੇ ਸਰੀਰ ਨੂੰ ਪਾਣੀ ਵਿੱਚ ਅਨੇਕਾਂ ਵਾਰ ਵੀ ਧੋ ਲਿਆ ਜਾਵੇ, ਮੈਲ ਨਾ ਉਤਰੇ, ਮਨ ਦੀ ਮੈਲ ਨਹੀਂ ਲੈਂਦੀ, ਸ਼ੁੱਧ ਨਾ ਤੇਹੀ, ਅਤੇ ਮਨ ਸ਼ੁੱਧ ਨਹੀਂ ਹੁੰਦਾ। ਅਨਕ ਜਲਾ ਜੇ ਧੋਵੈ ਦੇਹੀ, 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 ਮੈਲ ਨ ਉਤਰੈ ਸ਼ੁੱਧ ਨ ਤੇਹੀ, ਮੈਲ ਨ ਉਤਰੈ ਸ਼ੁੱਧ ਨ ਤੇਹੀ, ਮੈਲ ਨ ਉਤਰੈ ਸ਼ੁੱਧ ਨ ਤੇਹੀ, ਮੈਲ ਨ ਉਤਰੈ ਸ਼ੁੱਧ ਨ ਤੇਹੀ। ਕਿਉਂਕਿ ਭਗਤਾਂ ਅਤੇ ਗੁਰੂਆਂ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਸਰੋਵਰਾਂ ਦੇ ਤੀਰਥਾਂ 'ਤੇ ਜਾ ਕੇ, ਦਰਿਆਵਾਂ 'ਤੇ ਜਾ ਕੇ ਨਹਾਉਂਦੇ ਰਹਿੰਦੇ ਸਨ ਲੋਕ। ਹੁਣ ਵੀ ਜਦੋਂ ਕੋਈ ਕੁੰਭ ਦਾ ਮੇਲਾ ਆਉਂਦਾ, ਹੋਰ ਦੇਖੋ ਕੀ ਸਾਧੂ, ਕੀ ਲੋਕ ਲੱਖਾਂ ਦੀ ਤਾਦਾਦ 'ਚ ਦਰਿਆਵਾਂ 'ਚ ਨਹਾ ਰਹੇ ਹੁੰਦੇ ਨੇ। ਅਜੇ ਵੀ ਉਹਨਾਂ ਦਾ ਖਿਆਲ ਹੈ ਵੀ ਸ਼ਾਇਦ ਦਰਿਆਵਾਂ 'ਚ ਨਹਾ ਕੇ ਅਸੀਂ ਪਵਿੱਤਰ ਹੋ ਜਾਵਾਂਗੇ, ਪਰ ਸਿੱਖ ਧਰਮ ਕਹਿੰਦਾ ਤੁਸੀਂ ਦਰਿਆਵਾਂ ਸਰੋਵਰਾਂ 'ਚ ਨਹਾ ਕੇ ਪਵਿੱਤਰ ਨਹੀਂ ਹੋ ਸਕਦੇ। ਇਹ ਤਾਂ ਜਿੰਨਾ ਚਿਰ ਤੁਸੀਂ ਬੁਰਾਈਆਂ ਛੱਡ ਕੇ ਨਾਮ ਨਹੀਂ ਨਾ ਜਪਦੇ, ਉਹਨਾਂ ਚਿਰ ਮਨ ਪਵਿੱਤਰ ਨਹੀਂ ਹੁੰਦਾ, ਮਨ ਮੈਲੇ ਦਾ ਮੈਲੇ ਹੀ ਰਹਿੰਦਾ। ਇਹੀ ਕਾਰਨ ਹੈ ਕਿ ਉੱਥੇ ਸਾਧ ਵੀ ਲੜ ਪੈਂਦੇ ਨਹਾਉਂਦੇ ਹੋਏ, ਉਹ ਕਹਿੰਦੇ ਪਹਿਲਾਂ ਅਸੀਂ ਨਹਾਉਣਾ। ਦੇਖੋ ਹਉਮੈ ਵੀ ਸਾਡਾ ਜਿਹੜਾ ਜੱਥਾ ਹੈ ਇਹ ਵੱਡਾ ਹੈ, ਇਹ ਉੱਚਾ ਹੈ, ਪਹਿਲਾਂ ਅਸੀਂ ਨਹਾਵਾਂਗੇ। ਹੁੰਦਾ ਤਾਂ ਕਈ ਵਾਰੀ ਵੀ ਸਾਧੂ ਲੜ ਪਿਆ ਆਪਸ ਵੀ ਪਹਿਲੇ ਫਿਰ ਤੁਸੀਂ ਸਾਧੂ ਕਾਹਦੇ ਹੋਵੇ। ਸਾਧੂ ਕਹਿਲਾਈ ਜਾਣਾ ਹੋਰ ਗੱਲ ਹੈ, ਸਾਧੂ ਹੋਣਾ ਹੋਰ ਗੱਲ ਹੈ। ਬੜਾ ਹਾਸਾ ਆਉਂਦਾ ਵੀ ਉਹ ਜੇ ਸਾਧੂ ਵਾਲੇ ਕੱਪੜੇ ਪਾ ਰਹੇ, ਹਉਮੈ ਅਸੀਂ ਸਾਧੂ ਹਾਂ, ਅਸੀਂ ਪਹਿਲਾਂ ਨਹਾਉਣਾ ਹੈ। ਉੱਥੇ ਲੜ ਰਹੇ ਨੇ ਆਪਸ ਵੀ ਭਲਿਓ ਬਣ ਐਡਾ ਵੱਡਾ ਦਰਿਆ, ਪਾਣੀ ਤਾਂ ਉਹੀ, ਪਰਾਂ ਜਾ ਕੇ ਨਹਾ ਲਓ, ਪਾਣੀ ਤਾਂ ਉਹੀ ਹੈ, ਪਰਾਂ ਜਾ ਕੇ ਨਹਾ ਲਓ। ਜਿਵੇਂ ਦੁੱਖ ਭੰਜਨੀ ਬੇਰੀ ਦੇ ਹੇਠ ਲੋਕਾਂ ਦਾ ਖਿਆਲ ਹੈ ਵੀ ਇੱਥੇ ਬਸ ਦੁੱਖ ਦੂਰ ਹੋਣਗੇ, ਪਰ ਸਾਰਾ ਸਰੋਵਰ ਤੇ ਗੁਰੂ ਨੇ ਐਵੇਂ ਹੀ ਬਣਾਇਆ ਵੀ ਫਿਰ ਐਡਾ ਵੱਡਾ ਸਰੋਵਰ ਬਣਾਉਣ ਦੀ ਕੀ ਲੋੜ ਸੀ। ਇੱਕ ਚਬੱਚਾ ਜਿਹਾ ਛੋਟਾ ਜਿਹਾ ਬਣਾਉਣ ਦੇ, ਦੋ ਬੇਰੀ ਦੇ ਹੇਠ ਲਓ, ਇੱਥੇ ਨਹਾਈ ਜਾਓ। ਬਸ ਵਿਚਾਰ ਕਰਨ ਵਾਲੀ ਗੱਲ ਹੈ। ਜੇ ਉਨੇ ਕੁ ਪਾਣੀ 'ਚ ਨਹਾ ਕੇ ਸਾਡੇ ਦੁੱਖ ਦੂਰ, ਫਿਰ ਐਡਾ ਵੱਡਾ ਸਰੋਵਰ ਬਣਾਉਣ ਦਾ ਕਿਆ ਪਰਪਸ ਸੀ ਬਈ? ਸੋਚਣ ਵਾਲੀ ਗੱਲ ਤਾਂ ਇਹ ਹੈ। ਪਾਣੀ ਤਾਂ ਉਹੀ ਹੈ, ਬਸ ਇੱਕ ਧਾਰਨਾ ਜੀ ਬਣ ਗਈ ਹੈ ਕਿ ਜਿਹੜਾ ਇਸ ਬੇਰੀ ਹੇਠਾਂ ਨਹਾਵੇਗਾ ਬਸ ਉਹਦੇ ਦੁੱਖ ਦੂਰ ਹੋਏ। ਸੋ ਇਸ ਲਈ ਸਾਧੂ ਵੀ ਝਗੜ ਰਹੇ ਨੇ, ਆਮ ਲੋਕ ਵੀ ਝਗੜ ਰਹੇ ਹਨ। ਬਸ ਨਾਮ ਦੀ ਦੁਨੀਆ ਸਾਧੂ ਹੈ, ਅੰਦਰ ਸਾਧਪੁਣਾ ਨਹੀਂ ਹੈ, ਅੰਦਰ ਨਿਮਰਤਾ ਹੀ ਨਹੀਂ। ਭਾਈ ਤੂੰ ਨਹਾ ਲੈ, ਕੋਈ ਗੱਲ ਨਹੀਂ, ਅਸੀਂ 2 ਮਿੰਟ ਠਹਿਰ ਕੇ ਨਹਾ ਲਾਂਗੇ ਤਾਂ ਕੀ ਹੋ ਜਾਏਗਾ। ਨਹਾ ਲਓ ਜੀ, ਤੁਸੀਂ ਨਹਾ ਲਓ ਜੀ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਭਉ ਕਾਲ। ਸਤਿਗੁਰ ਭੇਟਿਓ ਸਦਾ ਕਿਰਪਾਲ, ਗੁਰੂ ਮਹਾਰਾਜ ਦੇ ਸਦਾ ਹੀ ਕਿਰਪਾਲੂ ਨੇ। ਜਿਹਨੂੰ ਉਹ ਕਿਰਪਾਲੂ ਗੁਰੂ ਮਹਾਰਾਜ ਜਾਂ ਪਰਮਾਤਮਾ ਮਿਲ ਗਿਆ, ਉਹਨੇ ਕੀ ਕੀਤਾ? ਹਰ ਸਿਮਰ ਸਿਮਰ ਕਾਟਿਆ ਭਉ ਕਾਲ। ਕਾਲ ਮੈਨੇ ਮੌਤ, ਭਉ ਮੈਨੇ ਡਰ। ਉਹਨੇ ਹਰੀ ਦਾ ਸਿਮਰਨ ਕਰ ਕਰਕੇ
ਜਿਹੜਾ ਮੌਤ ਦਾ ਡਰ ਸੀ ਉਹ ਖਤਮ ਕਰ ਲਿਆ। ਸਭ ਤੋਂ ਵੱਡਾ ਡਰ ਮੌਤ ਦਾ ਡਰ ਹੈ। ਮੈਂ ਜਾ ਰਿਹਾ, ਅੱਗੋਂ ਬੰਦੂਕ ਵਾਲਾ ਮਿਲ ਗਿਆ, ਠਹਿਰ ਜਾ ਭਾਈ, ਜੋ ਕੁਛ ਤੇਰੇ ਕੋਲੇ ਹੈ ਤੇ ਧਰ ਦੇ, ਨਹੀਂ ਤੈਨੂੰ ਗੋਲੀ ਮਾਰ ਦਾਂਗੇ। ਤੇ ਸ਼ਾਇਦ ਮੈਂ ਸਭ ਕੁਝ ਦੇ ਦਾਂ ਵੀ ਕਿਤੇ ਮੈਨੂੰ ਮਾਰ ਹੀ ਨਾ ਦੇਵੇ। ਮੌਤ ਦਾ ਡਰ ਹੈ ਨਾ। ਮੌਤ ਦਾ ਡਰ ਸਭ ਤੋਂ ਵੱਡਾ ਡਰ। ਤੇ ਕਹਿੰਦੇ ਸਿਮਰਨ ਕਰਨ ਨਾਲ ਉਹ ਡਰ ਹੀ ਖਤਮ ਹੋ ਜਾਂਦਾ। ਉਹ ਡਰ ਕਿਉਂ ਖਤਮ ਹੋ ਜਾਂਦਾ ਕਿ ਜਿੰਨਾ ਚਿਰ ਪਰਮਾਤਮਾ ਦਾ ਹੁਕਮ ਨਹੀਂ ਹੁੰਦਾ ਹੈ ਮੇਰੇ ਕਿਤੇ ਗੋਲੀ ਚਲਾ ਹੀ ਨਹੀਂ ਸਕਦਾ, ਮੇਰੇ ਤੇ ਗੋਲੀ ਚਲਾ ਹੀ ਨਹੀਂ ਸਕਦਾ। ਇੱਕ ਵਾਰੀ ਇੱਕ ਮੁੱਖ ਮੰਤਰੀ ਖੜਾ, ਉਹਦੇ ਪਿੱਛੇ ਕੋਈ ਹੋਰ ਬੰਦਾ ਖੜਾ, ਦੁਸ਼ਮਣ ਨੇ ਮੁੱਖ ਮੰਤਰੀ ਤੇ ਗੋਲੀ ਚਲਾਤੀ। ਮੁੱਖ ਮੰਤਰੀ ਨੂੰ ਕੁਦਰਤੀ ਚੱਕਰ ਆ ਗਿਆ, ਉਹ ਪਿਆ ਡਿੱਗ, ਗੋਲੀ ਮਗਰਲੇ ਦੇ ਵੱਜੀ, ਗੋਲੀ ਮਗਰਲੇ ਦੇ ਵੱਜੀ। ਮਾਰਨਾ ਸੀ ਮੁੱਖ ਮੰਤਰੀ ਨੂੰ। ਉਹ ਅਚਾਨਕ ਜਦੋਂ ਦੀ ਗੋਲੀ ਚੱਲੀ ਉਦੋਂ ਪਹਿਲਾਂ ਉਹਨੂੰ ਚੱਕਰ ਆ ਕੇ ਡਿੱਗ ਪਿਆ। ਗੋਲੀ ਤਾਂ ਹੁਣ ਚੱਲ ਗਈ, ਮਗਰ ਬੰਦਾ ਇੱਕ ਖੜਾ ਸੀ, ਉਹਦੇ ਜਾ ਕੇ ਗੋਲੀ ਵੱਜੀ, ਉਹ ਮਰ ਗਿਆ। ਉਹ ਜਿਹਨੂੰ ਮਾਰਨਾ ਸੀ ਬਚ ਗਿਆ। ਸਿਮਰਨ ਕਰ ਕਰਕੇ ਬੰਦਿਆਂ ਦੀ ਸੋਚ ਉੱਥੇ ਪਹੁੰਚ ਜਾਂਦੀ ਹੈ ਕਿ ਜੇ ਪਰਮਾਤਮਾ ਨਾ ਮੈਨੂੰ ਮਾਰਨਾ ਚਾਹੇ, ਕੋਈ ਦੁਨੀਆ ਦੀ ਤਾਕਤ ਮੈਨੂੰ ਮਾਰ ਨਹੀਂ ਸਕਦੀ। ਅਤੇ ਜੇ ਉਹਦਾ ਹੁਕਮ ਹੋ ਗਿਆ ਤਾਂ ਫਿਰ ਕੋਈ ਬਚਾ ਨਹੀਂ ਸਕਦਾ। 200 ਬਾਡੀਗਾਰਡ ਜਿਨ੍ਹਾਂ ਦੇ ਕੋਲ ਸਨ, ਜਿੱਦੇ ਮੌਤ ਆ ਗਈ ਬਾਡੀਗਾਰਡਾਂ ਨਹੀਂ ਮਾਰਤੇ। ਜਿੱਦੇ ਮੌਤ ਆਈ ਕੋਈ ਨਹੀਂ ਬਚਾ, ਉਹਨਾਂ ਨਹੀਂ ਸਗੋਂ ਮਾਰਤੇ। ਉਹਨਾਂ ਨੂੰ ਇੰਨਾ ਵਿਸ਼ਵਾਸ ਹੁੰਦਾ, ਇਸ ਲਈ ਉਹ ਮੌਤ ਦਾ ਡਰ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦਾ। ਹਰ ਸਿਮਰ ਸਿਮਰ ਕਾਟਿਆ ਭਉ ਕਾਲ, ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਣ ਗਾਉ। ਮੁਕਤ ਪਰਮਾਤਮਾ ਦੇ ਨਾਮ ਵਿੱਚ ਹੀ ਮੁਕਤੀ ਹੈ। ਭੁਗਤ ਹੁੰਦਾ ਭੋਜਨ। ਭੋਜਨ ਦਾ ਦੋ ਪ੍ਰਕਾਰ ਦਾ, ਇੱਕ ਤਾਂ ਰੋਟੀਆਂ ਜਿਹੜੀਆਂ ਇਹ ਭੋਜਨ ਹੈ, ਇਹ ਤਾਂ ਸਰੀਰ ਲਈ ਹੈ। ਨਾਮ ਵੀ ਇੱਕ ਭੋਜਨ ਹੈ, ਉਹ ਆਤਮਾ ਲਈ ਹੈ। ਪਰਮਾਤਮਾ ਹਰ ਨਾਮ, ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਸਾਨੂੰ ਮੁਕਤੀ ਦਿੰਦਾ ਹੈ। ਭੁਗਤ ਇਹ ਸਾਡੀ ਆਤਮਾ ਦਾ ਭੋਜਨ ਹੈ। ਜੁਗਤ ਇਹਦੇ ਨਾਲ ਸਾਨੂੰ ਜੀਵਨ ਜੁਗਤੀ ਆਉਂਦੀ ਹੈ। ਜਿਉਂ-ਜਿਉਂ ਤੁਸੀਂ ਨਾਮ ਜਪੀ ਜਾਓਗੇ ਤੁਹਾਡੀ ਸੋਚ ਉੱਚੀ ਹੁੰਦੀ ਜਾਏਗੀ। ਜਿਉਂ-ਜਿਉਂ ਸਾਡੀ ਸੋਚ ਉੱਚੀ ਹੋ ਜਾਏਗੀ ਅਸੀਂ ਘਟੀਆ ਕੰਮ ਛੱਡਦੇ ਜਾਵਾਂਗੇ। ਜੇ ਸੋਚ ਨੀਵੀਂ ਹੈ, ਮਨੁੱਖ ਘਟੀਆ ਕੰਮ ਕਰਦਾ ਰਹਿੰਦਾ, ਭਾਵੇਂ ਉਹਨੂੰ ਕਹੀ ਜੋ ਤਾਂ ਵੀ ਨਹੀਂ ਹਟਦਾ, ਕਿਉਂਕਿ ਸੋਚ ਹੀ ਨੀਵੀਂ ਹੈ, ਉਹਨੂੰ ਉਹੀ ਚੰਗਾ ਲੱਗਦਾ ਹੈ। ਸਿਮਰਨ ਕਰਦਿਆਂ ਕਰਦਿਆਂ ਸਾਡੀ ਸੋਚ ਉੱਚੀ ਹੁੰਦੀ ਹੈ, ਕਿਉਂਕਿ ਅਸੀਂ ਸਿਮਰਨ ਕਰਦੇ ਗਏ ਰੱਬ ਨੂੰ ਮਿਲਣਾ ਹੈ। ਸਿਮਰਨ ਕਰ ਕਰਕੇ ਅਸੀਂ ਰੱਬ ਨੂੰ ਮਿਲਣਾ ਹੈ। ਸਾਡੀ ਸੋਚ ਦਿਨੋਂ ਦਿਨ ਉੱਚੀ ਹੁੰਦੀ ਜਾਣੀ ਹੈ। ਜਿਉਂ-ਜਿਉਂ ਸੋਚ ਉੱਚੀ ਹੁੰਦੀ ਜਾਂਦੀ ਹੈ, ਮਨੁੱਖ ਘਟੀਆ ਕਰਮ ਛੱਡਦਾ ਜਾਂਦਾ ਹੈ। ਇਸ ਲਈ ਪਰਮਾਤਮਾ ਦੇ ਨਾਮ ਵਿੱਚ ਹੀ ਮੁਕਤੀ ਹੈ। ਪਰਮਾਤਮਾ ਦਾ ਨਾਮ ਹੀ ਸਾਡੀ ਆਤਮਾ ਦਾ ਭੋਜਨ ਹੈ। ਪਰਮਾਤਮਾ ਦਾ ਨਾਮ ਹੀ ਸਾਡੀ ਜੀਵਨ ਜੁਗਤੀ ਹੈ। ਪ੍ਰੇਮ ਭਗਤ ਨਾਨਕ ਗੁਣ ਗਾਓ। ਹੇ ਭਾਈ, ਪਿਆਰ ਸਹਿਤ ਪਰਮਾਤਮਾ ਦੇ ਗੁਣ ਗਾਉਂਦੇ ਰਹੋ। ਅੰਦਰ ਪਿਆਰ ਵੀ ਹੋਣਾ ਚਾਹੀਦਾ। ਜਿਹਦੀ ਵਡਿਆਈ ਕਰਨੀ ਇੱਕ ਉਹਦੇ ਝੂਠੀ ਵਡਿਆਈ, ਉਹ ਤਾਂ ਅਸੀਂ ਕੰਮ ਲੈਣ ਲਈ ਕਈ ਵਾਰੀ ਅਫਸਰਾਂ ਦੀ ਹੋਰਾਂ ਦੀ ਝੂਠੀ ਵਡਿਆਈ ਲੋਕ ਕਰਦੇ ਨੇ। ਅਫਸਰ ਨਾਲ ਪਿਆਰ ਨਹੀਂ ਹੈ, ਪਰ ਆਪਣੇ ਸਵਾਰਥ ਲਈ ਉਹਦੀ ਝੂਠੀ ਵਡਿਆਈ ਕੀਤੀ ਜਾ ਰਹੀ ਹੈ। ਨਹੀਂ, ਪਰਮਾਤਮਾ ਦੀ ਝੂਠੀ ਵਡਿਆਈ ਨਹੀਂ ਕੀਤੀ ਜਾ ਸਕਦੀ, ਉਹ ਜਾਣੀ ਜਾਣ ਹੈ। ਉਹਨੂੰ ਪਿਆਰ ਵੀ ਕਰਨਾ ਹੈ, ਕਿਉਂਕਿ ਅਸਲ ਤਾਂ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਪਿਆਰ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਸਿਮਰਨ ਮੈਂ ਕਰ ਰਿਹਾ, ਪਰ ਜਿਹਦਾ ਸਿਮਰਨ ਕਰਦੇ ਨਾਲ ਮੇਰਾ ਪਿਆਰ ਹੀ ਨਹੀਂ ਹੈ, ਨਹੀਂ ਗੱਲ ਬਣੇਗੀ, ਨਹੀਂ ਗੱਲ ਬਣੇਗੀ। ਮੈਂ ਪੰਚਮ ਪਾਤਸ਼ਾਹ ਦੀ ਬਾਣੀ ਪੜ੍ਹਿਆ ਅਤੇ ਪੰਚਮ ਪਾਤਸ਼ਾਹ ਨਾਲ ਮੇਰਾ ਪਿਆਰ ਹੀ ਨਹੀਂ ਹੈ, ਮੈਨੂੰ ਉਹ ਬਾਣੀ ਕੋਈ ਫਾਇਦਾ ਨਹੀਂ ਦੇਵੇਗੀ। ਇਸ ਲਈ ਪਿਆਰ ਸਹਿਤ ਪ੍ਰੇਮ ਭਗਤ।
ਪਿਆਰ ਸਹਿਤ ਪਰਮਾਤਮਾ ਦੇ ਗੁਣ ਗਾਉਣੇ ਨੇ, ਉਹਦੀ ਭਜਨ ਬੰਦਗੀ ਕਰਨੀ। ਗੌੜੀ ਮਹਿਲਾ ਪੰਜਵਾਂ। ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਗਾਸ। ਜਿਹੜੇ ਹਰੀ ਦੇ ਦਾਸ ਨੇ, ਪਰਮਾਤਮਾ ਦੇ ਭਗਤ ਨੇ, ਉਹ ਤਾਂ ਜਿਉਂਦਿਆਂ ਹੀ ਉਹਨਾਂ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ। ਪਦਵੀ ਉੱਚੀ ਆਤਮਿਕ ਅਵਸਥਾ, ਜਿਉਂਦਿਆਂ ਹੀ ਉਹਨਾਂ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਨ ਮਿਲਿਆ, ਜਿਨ੍ਹਾਂ ਨੂੰ ਮਿਲ ਕੇ ਆਤਮ ਪ੍ਰਗਾਸ, ਮਨੁੱਖ ਨੂੰ ਅੰਦਰ ਗਿਆਨ ਹੋ ਜਾਂਦਾ, ਉਹਦੀ ਆਤਮਾ 'ਚ ਗਰਭੀ ਗਿਆਨ ਹੋ ਜਾਂਦਾ। ਕਿਉਂਕਿ ਜਿਹੋ ਜਿਹੀ ਤੁਸੀਂ ਸੰਗਤ ਕਰਾਂਗੇ ਉਹਦਾ ਸਾਡੇ 'ਤੇ ਪ੍ਰਭਾਵ ਪਵੇਗਾ। ਅਸੀਂ ਉਹਨਾਂ ਨੂੰ ਮਿਲੇ ਜਿਨ੍ਹਾਂ ਨੂੰ ਜੀਵਨ ਪਦਵੀ ਪ੍ਰਾਪਤ ਹੋ ਗਈ ਹੈ, ਉਹਨਾਂ ਨੂੰ ਮਿਲ ਕੇ ਫਿਰ ਆਤਮਾ 'ਚ ਪ੍ਰਕਾਸ਼ ਹੁੰਦਾ ਹੈ, ਅੰਦਰ ਗਿਆਨ ਹੁੰਦਾ ਹੈ। ਹਰ ਕਾ ਸਿਮਰਨ ਸੁਣ ਮਨ ਕਾਨੀ, ਸੁਖ ਪਾਵੇਂ ਹਰ ਦੁਆਰ ਪ੍ਰਾਣੀ। ਕਾਨੀ ਮੈਨੇ ਕੰਨਾਂ ਨਾਲ, ਹਰ ਕਾ ਸਿਮਰਨ ਸੁਣ ਮਨ ਕਾਨੀ। ਹੈ ਮਨ, ਕੰਨਾਂ ਦੇ ਨਾਲ ਪਰਮਾਤਮਾ ਦਾ ਸਿਮਰਨ ਸੁਣ। ਕਈ ਵਾਰੀ ਮਨੁੱਖ ਸਿਮਰਨ ਤੇ ਕਰਦੇ ਉਹਨੂੰ ਸੁਣਦਾ ਨਹੀਂ ਹੈ, ਉਹਦਾ ਫਲ ਨਹੀਂ ਮਿਲਦਾ। ਫਲ ਉਨਾ ਹੀ ਮਿਲਣਾ ਜਿੰਨਾ ਸੁਣਿਆ ਜਾ ਰਿਹਾ ਹੈ। ਮੈਂ ਜੇ ਨਿਤਨੇਮ ਕਰ ਰਿਹਾ ਹਾਂ ਪਰ ਉਹਨੂੰ ਸੁਣ ਨਹੀਂ ਰਿਹਾ ਤਾਂ ਫਿਰ ਮੈਨੂੰ ਫਲ ਨਹੀਂ ਮਿਲੇਗਾ। ਤੁਸੀਂ 100 ਵਾਰ ਵਾਹਿਗੁਰੂ ਵਾਹਿਗੁਰੂ ਕਿਹਾ, ਉਹ 50 ਵਾਰੀ ਸੁਣਿਆ, 50 ਵਾਰੀ ਉਂਝੀ ਤਾਂ 50 100 'ਚ 50 ਨੰਬਰ ਹੀ ਮਿਲਣਗੇ, 50 ਤਾਂ ਐਵੇਂ ਹੀ ਗਏ, ਸੁਣੇ ਹੀ ਨਹੀਂ ਹੈ। ਸੁਣਨ ਦੀ ਬੜੀ ਮਹਾਨਤਾ ਹੈ, ਇਸ ਲਈ ਸੁਣੇ ਦੀ 4 ਪੌੜੀਆਂ ਨੇ। ਜੇ ਕਿਤੇ ਬੰਦਾ ਧਿਆਨ ਨਾਲ ਸੁਣ ਲਵੇ ਤਾਂ ਜਪਜੀ ਸਾਹਿਬ 4 ਪੌੜੇ ਜੋ ਫਲ ਦਿੱਤਾ ਉਹ ਪ੍ਰਾਪਤ ਹੋ ਜਾਂਦਾ ਹੈ। ਬਾਣੀ ਪੜ੍ਹੋ ਨੂੰ ਧਿਆਨ ਨਾਲ ਸੁਣੋ, ਸਿਮਰਨ ਕਰੋ ਨੂੰ ਧਿਆਨ ਨਾਲ ਸੁਣੋ, ਫਿਰ ਦੇਖੋ ਕਿਵੇਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ। ਅਸੀਂ ਤਾਂ ਬਸ ਫਾਹਾ ਵੱਢਣ ਦੀ ਕੋਸ਼ਿਸ਼ ਕਰਦੇ ਹਾਂ ਵੀ ਮੈਂ 35 ਮਿੰਟਾਂ 'ਚ ਨਿਤਨੇਮ ਕਰ ਦਿੰਦਾ ਜੀ, ਮੈਂ ਜੀ 40 ਮਿੰਟਾਂ 'ਚ ਕਰ ਦਿੰਦਾ, ਮੈਂ ਤਾਂ 25 ਮਿੰਟਾਂ 'ਚ ਹੀ ਕਰ ਦਿੰਦਾ। ਉਹ ਮਿੰਟਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਿੰਨੇ ਪਿਆਰ ਨਾਲ ਕੀਤਾ, ਕਿੰਨੇ ਧਿਆਨ ਨਾਲ ਕੀਤਾ, ਇਸ 'ਤੇ ਨਿਰਭਰ ਕਰਦਾ। ਸਾਰੀ ਮਹਾਨਤਾ ਜ਼ਿੰਦਗੀ ਧਿਆਨ ਦੀ ਹੈ। ਜਿਹੜੇ ਧਿਆਨ ਨਾਲ ਹਰ ਕੰਮ ਕਰਦੇ ਨੇ ਉਹ ਜ਼ਿੰਦਗੀ ਕਾਮਯਾਬ ਹੋ ਜਾਂਦੀ। ਜੇ ਤੁਸੀਂ ਧਿਆਨ ਨਾਲ ਤੁਰੋਗੇ ਤਾਂ ਤੁਹਾਨੂੰ ਠੇਡੇ ਨਹੀਂ ਵੱਜਣਗੇ। ਜੇ ਤੁਸੀਂ ਧਿਆਨ ਨਾਲ ਗੱਡੀ ਚਲਾਓਗੇ ਐਕਸੀਡੈਂਟ ਨਹੀਂ ਹੋਣਗੇ। ਜੇ ਤੁਸੀਂ ਧਿਆਨ ਨਾਲ ਪੜ੍ਹੋਗੇ ਤਾਂ ਗੱਲ ਸਮਝ ਆ ਜਾਏਗੀ। ਧਿਆਨ ਨਾਲ ਸੁਣੋਗੇ ਨਾਲ ਦੀ ਨਾਲ ਯਾਦ ਹੁੰਦਾ ਜਾਵੇਗਾ। ਮਹਾਨਤਾ ਧਿਆਨ ਦੀ ਹੈ। ਜੋ ਵੀ ਕੰਮ ਕਰਨਾ, ਚਾਹੇ ਪੜ੍ਹਨਾ ਹੈ, ਚਾਹੇ ਲਿਖਣਾ ਹੈ, ਚਾਹੇ ਸੁਣਨਾ ਹੈ, ਚਾਹੇ ਬੋਲਣਾ ਹੈ, ਚਾਹੇ ਤੁਰਨਾ ਹੈ, ਚਾਹੇ ਚਲਾਉਣਾ ਹੈ, ਸਾਰਾ ਕੰਮ ਧਿਆਨ ਨਾਲ ਕਰਨਾ ਚਾਹੀਦਾ। ਸੋ ਇਸ ਲਈ ਜਦੋਂ ਅਸੀਂ ਧਿਆਨ ਨਾਲ ਬਾਣੀ ਪੜ੍ਹਾਂਗੇ ਤਾਂ ਮਤਲਬ ਅਸੀਂ ਸੁਣ ਰਹੇ ਹਾਂ। ਜਦੋਂ ਬਾਣੀ ਕੰਨਾਂ ਨਾਲ ਸੁਣਦੇ ਹਾਂ ਨਾ, ਸਮਝੋ ਇਹਦਾ ਮਤਲਬ ਅਸੀਂ ਧਿਆਨ ਨਾਲ ਬਾਣੀ ਪੜ੍ਹ ਰਹੇ ਹਾਂ। ਅਤੇ ਜਦੋਂ ਧਿਆਨ ਨਾਲ ਪੜ੍ਹਾਂਗੇ ਅੱਧੀ ਬਾਣੀ ਤਾਂ ਵੈਸੇ ਹੀ ਸਮਝ ਆ ਜਾਂਦੀ ਹੈ ਵੀ ਕਿਹਾ ਕੀ ਹੈ। ਬੇਧਿਆਨੀਆਂ ਤਾਂ ਫਿਰ ਕੁਝ ਵੀ ਸਮਝ ਨਹੀਂ ਆਉਂਦਾ। ਇਸ ਲਈ ਕਹਿੰਦੇ ਹਰ ਕਾ ਸਿਮਰਨ ਸੁਣ ਮਨ ਕਾਨੀ। ਹੈ ਮਨ, ਤੂੰ ਕੰਨਾਂ ਨਾਲ ਪਰਮਾਤਮਾ ਦਾ ਸਿਮਰਨ ਸੁਣ, ਫਿਰ ਕੀ ਮਿਲੂਗਾ? ਦੇਖੋ ਆਪੇ ਪ੍ਰਸ਼ਨ ਕਰ ਲਏ ਵੀ ਜੇ ਮੈਂ ਕੰਨਾਂ ਨਾਲ ਸਿਮਰਨ ਸੁਣਾ ਮੈਨੂੰ ਮਿਲੇਗਾ ਕੀ? ਦੇਖੋ ਹਰ ਬੰਦਾ ਸਵਾਰਥੀ ਹੈ। ਮਾਂ ਬੱਚੇ ਨੂੰ ਕਹਿੰਦੀ ਹੈ ਸਕੂਲ ਜਾਣ ਤੋਂ ਪਹਿਲਾਂ ਤੂੰ ਗੁਰਦੁਆਰੇ ਮੱਥਾ ਟੇਕ ਕੇ ਜਾਈਂ। ਉਹ ਪੁੱਛ ਸਕਦਾ ਮੈਨੂੰ ਕੀ ਮਿਲੇਗਾ? ਅਤੇ ਜੇ ਤਾਂ ਮਾਂ ਕੋਲ ਜਵਾਬ ਹੈ ਫਿਰ ਤਾਂ ਤਸੱਲੀ ਕਰਾ ਦੇਗੀ। ਅਤੇ ਜੇ ਉਹਨੇ ਵੀ ਮੇਰਾ ਸੁਣਿਆ ਨਹੀਂ, ਕਹਿੰਦੇ ਨੇ ਪਏ ਮੱਥਾ ਟੇਕ ਕੇ ਜਾਈਦਾ, ਫਿਰ ਇਹ ਗੱਲ ਬਣੇਗੀ ਵੀ ਨਹੀਂ ਕਾਕਾ ਤੇਰਾ ਪੇਪਰ ਵਧੀਆ ਹੋ ਜਾਏਗਾ, ਗੁਰੂ ਮਹਾਰਾਜ ਤੇਰੇ 'ਤੇ ਕਿਰਪਾ ਕਰਨਗੇ। ਉਹਨੂੰ ਦੱਸਣਾ ਪੈਣਾ ਵੀ ਕਿਉਂ ਗੁਰਦੁਆਰੇ ਜਾਣਾ। ਜਿਵੇਂ ਇੱਕ ਮਾਂ ਕਹਿੰਦੀ ਵੀ ਪੁੱਤ ਚਰਚ ਜਾਇਆ, ਕਹਿੰਦੇ ਮਾਂ ਚਰਚ 'ਤੇ ਗਰੀਬਾਂ ਲਈ, ਤੇ ਗਰੀਬਾਂ ਨੂੰ ਜਾਣਾ ਚਾਹੀਦਾ।
ਜਿਨ੍ਹਾਂ ਤੇ ਮੰਗਣ ਜਾਣੇ, ਮੇਰੇ ਕੋਲ ਸਭ ਕੁਛ ਹੈ, ਮੈਂ ਚਰਚ ਜਾ ਕੇ ਕੀ ਕਰਨਾ। ਕਹਿੰਦੇ ਮੈਂ ਚਰਚ 'ਚ ਗਿਰਜਾ ਘਰ ਜਾ ਕੇ ਕੀ ਕਰਨਾ। ਇਹ ਤਾਂ ਗਰੀਬ ਜਾਣ, ਇਹ ਤਾਂ ਦੁਖੀ ਜਾਣ, ਲੋੜਵੰਦ ਜਾਣ। ਮੈਂ ਨਾ ਗਰੀਬ ਹਾਂ, ਨਾ ਮੈਂ ਦੁਖੀ ਹਾਂ, ਨਾ ਮੈਂ ਲੋੜਵੰਦ ਹਾਂ, ਮੈਂ ਚਰਚ ਜਾ ਕੇ ਕੀ ਕਰਨਾ। ਮਾਂ ਨੂੰ ਅੱਗੋਂ ਗੱਲ ਨਹੀਂ, ਵਿਚਾਰੀ ਚੁੱਪ ਕਰ ਗਈ। ਨਾ ਗੱਲ ਬਣੀ। ਅਤੇ ਜੇ ਉਹਨੂੰ ਗਿਆਨ ਹੁੰਦਾ ਕਿ ਚਰਚ 'ਚ ਨਿਰਾ ਇਹਨਾਂ ਕੰਮਾਂ ਲਈ ਨਹੀਂ ਜਾਈਦਾ, ਚਰਚ 'ਤੇ ਭਜਨ ਬੰਦਗੀ ਲਈ ਜਾਈਦਾ ਹੁੰਦਾ ਕਿ ਭਾਈ ਉਹਦੇ 5 ਮਿੰਟ ਬੈਠ ਕੇ ਪ੍ਰਬੰਧਕ ਸਿਮਰਨ ਕਰੀ। ਜੋ ਵੀ ਅਸੀਂ ਬੱਚੇ ਨੂੰ ਕਹਿੰਦੇ, ਸਾਨੂੰ ਤਾਂ ਉੱਤਰ ਆਉਣਾ ਚਾਹੀਦਾ। ਅੱਜ ਕੱਲ੍ਹ ਦੇ ਬੱਚੇ ਉਹ ਯੈਸ ਮੈਨ ਨਹੀਂ ਹੈਗੇ, ਅੱਗੋਂ ਬੋਲ ਪੈਂਦੇ ਨੇ, ਕੀ ਮਿਲੂਗਾ। ਆ ਦੇਖੋ, ਕਹਿੰਦੇ ਹੇ ਮਨਾ ਤੂੰ ਕੰਨਾਂ ਨਾਲ ਪਰਮਾਤਮਾ ਦਾ ਸਿਮਰਨ ਸੁਣ, ਫਿਰ ਕੀ ਮਿਲੂਗਾ। ਸੁਖ ਪਾਵੇਂ ਹਰ ਦੁਆਰ ਪ੍ਰਾਣੀ। ਹੇ ਇਨਸਾਨ, ਜਦੋਂ ਪਰਮਾਤਮਾ ਦੇ ਦਰ 'ਤੇ ਜਾਏਗਾ ਨਾ, ਤੈਨੂੰ ਸੁੱਖ ਮਿਲਣਾ, ਤੈਨੂੰ ਸੁੱਖ ਮਿਲਣਗੇ। ਇਸ ਲਈ ਤੂੰ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣ। ਹਰ ਕਾ ਸਿਮਰਨ ਸੁਣ ਮਨ ਕਾਨੀ, ਹਰ ਕਾ ਸਿਮਰਨ ਸੁਣ ਮਨ ਕਾਨੀ, ਹਰ ਕਾ ਸਿਮਰਨ ਸੁਣ ਮਨ ਕਾਨੀ, ਹਰ ਕਾ ਸਿਮਰਨ ਸੁਣ ਮਨ ਕਾਨੀ। ਸੁਖ ਪਾਵੇਂ ਹਰ ਦੁਆਰ ਪ੍ਰਾਣੀ, ਸੁਖ ਪਾਵੇਂ ਹਰ ਦੁਆਰ ਪ੍ਰਾਣੀ, ਸੁਖ ਪਾਵੇਂ ਹਰ ਦੁਆਰ ਪ੍ਰਾਣੀ, ਸੁਖ ਪਾਵੇਂ ਹਰ ਦੁਆਰ ਪ੍ਰਾਣੀ। ਇਸ ਲਈ ਕਹਿੰਦੇ ਭਾਈ ਤੈਨੂੰ ਸੁੱਖ ਮਿਲਣਗੇ, ਨਾਮ ਸਿਮਰਨ ਕਰੋ। ਕਹਿੰਦੇ ਕੰਨਾਂ ਨਾਲ ਸੁਣੋ, ਵਾਹਿਗੁਰੂ ਕਹਿਣਾ ਕੰਨਾਂ ਨਾਲ ਸੁਣਨਾ, ਵਾਹਿਗੁਰੂ ਕਹਿਣਾ ਕੰਨਾਂ ਨਾਲ ਸੁਣਨਾ। ਇਹ ਜਿਹੜਾ ਸੁਣਨਾ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਇਹ ਰਿਧੀਆਂ ਸਿੱਧੀਆਂ ਦੇ ਦਿੰਦਾ ਹੈ। ਸੁਣਨਾ ਬਸ, ਚਾਹੇ ਥੋੜ੍ਹੀ ਦੇਰ ਬਾਣੀ ਪੜ੍ਹੋ, ਧਿਆਨ ਨਾਲ ਪੜ੍ਹੋ, ਥੋੜ੍ਹੀ ਦੇਰ ਸਿਮਰਨ ਕਰੋ, ਧਿਆਨ ਨਾਲ ਕਰੋ। ਘੰਟਿਆਂ ਦੇ ਨਾਲ ਨਹੀਂ ਕੋਈ ਲੈਣਾ ਦੇਣਾ ਵੀ ਇੰਨੇ ਘੰਟੇ ਮੈਂ ਕਰਦਾ ਜਾਂ ਟੋਟਲ ਮੈਂ ਇੰਨੇ ਪਾਠ ਕਰਦਾ ਹਾਂ। ਅਸੀਂ ਕਿੰਨੇ ਧਿਆਨ ਨਾਲ ਕਰਦੇ ਹਾਂ, ਇਸ 'ਤੇ ਨਿਰਭਰ ਕਰਦਾ ਹੈ। 8 ਪਹਿਰ ਧਿਆਈਐ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। 8 ਪਹਿਰ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ, ਫਿਰ ਕੀ ਨਤੀਜਾ ਨਿਕਲੇਗਾ। ਨਾਨਕ ਦਰਸ਼ਨ ਦੇਖ ਨਿਹਾਲ, ਬੰਦਾ ਪਰਮਾਤਮਾ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਏਗਾ। ਕਹਿੰਦੇ 8 ਪਹਿਰ ਪਰਮਾਤਮਾ ਦਾ ਸਿਮਰਨ ਕਰੀ ਜਾਓ, ਬੜਾ ਅਜੀਬ ਲੱਗੇਗਾ। 8 ਪਹਿਰ ਕਿਵੇਂ ਹੋਵੇਗਾ ਜੀ, ਅਸੀਂ ਸੌਣਾ ਨਹੀਂ ਹੈ ਜੀ। ਅਸੀਂ ਸ਼ੁਰੂ ਨਹੀਂ ਕਰਦੇ, ਮਨ 'ਚ ਪਹਿਲੇ ਲਿਆਉਣ ਲੱਗ ਜਾਂਦੇ। ਜੇ ਮੈਂ 8 ਪਹਿਰ ਸਿਮਰਨ ਕਰੀ ਗਿਆ ਅਤੇ ਦਫ਼ਤਰ 'ਚ ਕੰਮ ਕੌਣ ਕਰੇਗਾ, ਮੈਂ ਰੋਟੀ ਕਿੱਥੋਂ ਖਾਵਾਂਗਾ, ਮੈਂ ਸਮਾਂਗਾ ਕਿਵੇਂ, ਮੈਂ 24 ਘੰਟੇ ਕਿਵੇਂ ਜਾਗ ਸਕਦਾ। ਕਰਨਾ ਕੱਖ ਨਹੀਂ, ਅੱਗੇ ਸਵਾਲ ਕਰੀ ਜਾਣਾ। 1974 ਦੀ ਗੱਲ ਹੈ, ਮੈਂ ਤੁਹਾਨੂੰ 2-3 ਵਾਰੀ ਪਹਿਲਾਂ ਵੀ ਸੁਣਾਈ ਹੋਈ। ਸੰਤ ਬਾਬਾ ਮੋਹਨ ਸਿੰਘ ਜੀ ਭਿੰਡਰਾਂਵਾਲਾ, ਉਹਨਾਂ ਦੇ ਕੋਲ ਮੈਂ ਬੈਠਾ, ਉਹ ਸਹਿ ਸੁਭਾ ਕਹਿ ਰਹੇ, ਭਾਈ ਜਿਹੜਾ 1 ਘੰਟਾ ਸਿਮਰਨ ਕਰੇ ਪਰਮਾਤਮਾ ਨੂੰ 2 ਘੰਟੇ ਦੀ ਵੇਹਲ ਦਿੰਦਾ ਹੈ। ਹਾਲਾ ਕਹੇ ਸਾਨੂੰ ਵੇਹਲ ਨਹੀਂ ਹੈ ਜੀ, ਉਹ ਕਹੇ ਤੁਸੀਂ 1 ਘੰਟਾ ਸਿਮਰਨ ਕਰੋ, ਪਰਮਾਤਮਾ ਨੂੰ 2 ਘੰਟੇ ਦੀ ਵੇਹਲ ਦੇਗਾ। ਮੈਂ ਕਿਹਾ ਜੀ ਜਿਹੜਾ 2 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ ਫਿਰ 4 ਘੰਟੇ ਦੀ ਵੇਹਲ ਦਿੰਦਾ ਹੈ। ਮੈਂ ਜੀ ਜਿਹੜਾ 4 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ ਨੂੰ 8 ਘੰਟੇ ਦੀ ਵੇਹਲ ਦਿੰਦਾ ਹੈ। ਮੈਂ ਕਿਹਾ ਜਿਹੜਾ 8 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ ਨੂੰ 16 ਘੰਟੇ ਦੀ ਵੇਹਲ ਦਿੰਦਾ ਹੈ। ਅਤੇ ਮੈਂ ਅੱਗੇ ਲੱਗੇ ਹੀ ਸੀ ਬੋਲਣ ਕੇ ਭਾਈ ਮੈਂ ਸਮਝ ਗਿਆ, ਜਿਹੜਾ ਹਰ ਵਕਤ ਸਿਮਰਨ ਕਰੇ ਉਹਨੇ ਕੋਈ ਕੰਮ ਨਹੀਂ ਕਰਨਾ ਹੁੰਦਾ,
ਪਰਮਾਤਮਾ ਉਸ 'ਤੇ ਸੇਵਾਦਾਰ ਲਾ ਦਿੰਦਾ, ਬਸ ਉਹ ਆਪੇ ਕੰਮ ਕਰਦੇ ਰਹਿੰਦੇ। ਬੰਦਾ ਕਹਿੰਦੇ ਕੰਮ ਕੌਣ ਕਰੇਗਾ ਫਿਰ? ਜਿਹਦੀ ਮਰਜ਼ੀ ਤਜਰਬਾ ਕਰਕੇ ਦੇਖ ਲਓ। ਸੰਤ ਮਹਾਤਮਾ ਕਿਹੜਾ ਕੋਈ ਖੇਤੀਬਾੜੀ ਕਰਦੇ ਨੇ, ਕੋਈ ਟਰੈਕਟਰ ਨਹੀਂ ਚਲਾਉਂਦੇ, ਕੁਛ ਨਹੀਂ ਕਰਦੇ। ਹਾਂ, ਮੈਂ ਹੱਸਦਾ ਉਹਨੂੰ। ਮੈਂ ਇੱਕ ਧਾਰਮਿਕ ਬੰਦੇ ਅਤੇ ਦੂਜੇ ਪੋਲੀਟੀਕਲ ਬੰਦੇ, ਇਹ ਕੰਮ ਕੋਈ ਨਹੀਂ ਕਰਦੇ। ਇਹਨਾਂ ਨੂੰ ਗੱਲਾਂ ਆਉਂਦੀਆਂ, ਬਸ ਇਹ ਗੱਲਾਂ ਦਾ ਖੱਟਿਆ ਖਾਂਦੇ ਨੇ। ਧਾਰਮਿਕ ਬੰਦੇ ਧਾਰਮਿਕ ਗੱਲਾਂ ਆਉਂਦੀਆਂ, ਬੱਲੇ 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 ਬੱਲੇ। ਪੋਲੀਟੀਕਲ ਬੰਦੇ ਰਾਜਨੀਤਿਕ ਗੱਲਾਂ ਆਉਂਦੀਆਂ, ਬੱਲੇ 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 ਬੱਲੇ। ਬਸ ਨਾ ਉਹ ਕੁਛ ਕਰਦੇ ਨੇ, ਨਾ ਧਾਰਮ ਬੰਦੇ ਕੁਛ ਕਰਦੇ ਨੇ। ਦੋਨਾਂ ਕੋਲ ਖਾਣ ਪੀਣ ਨੂੰ ਵਾਧੂ, ਖਾਣ ਪੀਣ ਨੂੰ ਵਾਧੂ। ਇਸ ਲਈ ਨਾਮ ਜਪੀ ਜਾਈਦਾ ਹੁੰਦਾ। ਪਰਮਾਤਮਾ ਨੇ ਤੁਹਾਡੇ ਕਾਰੋਬਾਰ 'ਚ ਵਾਧੇ ਕਰ ਦੇਣੇ। ਜੀ ਮੇਰਾ ਕਾਰੋਬਾਰ ਨਹੀਂ ਚੱਲਦਾ, ਅਸੀਂ ਉਹਨੂੰ ਫਿਰ ਪਾਠ ਦਿੰਦੇ ਹਾਂ, ਆਹ ਪਾਠ ਕਰ 40 ਦਿਨ ਕਰ। ਹਾਲਾਂਕਿ ਘੰਟੇ ਹੀ ਦੇਈਦਾ ਵੀ, ਜ਼ਿਆਦਾ ਤਾਂ ਇਹਨੇ ਕਰਨੀ ਕੋਈ ਨਹੀਂ, ਚਲੋ ਘੰਟੇ ਹੀ ਸਹੀ, ਔਖਾ ਸੌਖਾ। ਕਈ ਉਹ ਵੀ ਪੁੱਛਣਗੇ ਜੀ ਅੱਧਾ ਅੱਧਾ ਘੰਟਾ ਕਰਕੇ ਕਰ ਸਕਦੇ ਹਾਂ। ਸਾਡਾ ਮਤਲਬ ਕਿਸੇ ਤਰ੍ਹਾਂ ਕਰੇ ਤਾਂ ਸਹੀ। ਉਹ ਚੰਗਾ ਭਾਈ ਤੂੰ ਅੱਧਾ ਅੱਧਾ ਘੰਟਾ ਕਰ ਲੈ, ਕਰ ਤਾਂ ਸਹੀ ਤੂੰ। ਵੀ ਜੇ ਇਹਨੂੰ ਕਹਿਤਾ ਨਹੀਂ ਚੌਂਕੜੀ ਮਾਰ ਕੇ ਘੰਟੇ ਹੀ ਕਰਨਾ, ਸ਼ਾਇਦ ਕਰੇ ਹੀ ਨਾ, ਫਿਰ ਇਹਦਾ ਗੱਲ ਨਹੀਂ ਬਣਨੀ ਹੈ, ਵਿਚਾਰੇ ਦਾ ਨੁਕਸਾਨ ਹੋ ਜਾਏਗਾ। ਉਹਨੂੰ ਕਹੇ ਤੂੰ ਕਰ ਤਾਂ ਸਹੀ, ਤੂੰ 15-15 ਮਿੰਟਾਂ ਕਰਕੇ ਹੀ ਕਰ ਲੈ, ਤੂੰ ਕਰ ਘੰਟਾ ਪੂਰਾ ਕਰ ਲੈ। 40 ਦਿਨ ਬਾਅਦ ਹੋਗਾ, ਹਾਂ ਜੀ ਬਾਬਾ ਜੀ ਪਹਿਲਾਂ ਨਾਲ ਠੀਕ ਹੋ ਗਿਆ, ਮੈਂ ਇੱਕ ਚ ਲਿਆ ਹੋਰ ਕਰ ਲੈ ਭਾਈ। ਆਖਰ ਭਜਨ ਬੰਦਗੀ ਨੇ ਹੀ ਸਾਡੇ ਕਾਰੋਬਾਰ 'ਚ ਵਾਧੇ ਕਰਨੇ ਹਨ, ਅਤੇ ਫਿਰ ਕਰਦੇ ਰਹੋ ਭਜਨ ਬੰਦਗੀ। ਜਦੋਂ ਅਸੀਂ ਭਜਨ ਬੰਦਗੀ ਕਰਦੇ ਰਹਾਂਗੇ, ਜਿਸ ਕੰਮ ਨੂੰ ਵੀ ਹੱਥ ਪਾਵਾਂਗੇ, ਉਸੇ ਕੰਮ ਦੇ ਵਿੱਚ ਸਾਨੂੰ ਕਾਮਯਾਬੀ ਮਿਲ ਜਾਏ। ਸਾਡੇ ਕਾਰੋਬਾਰ ਵਧੀਆ ਹੋਣ ਲੱਗ ਜਾਣਗੇ, ਕਮਾਈ 'ਚ ਵਾਧਾ ਹੋ ਜਾਏਗੀ, ਪੜ੍ਹਾਈ 'ਚ ਅਸੀਂ ਹੁਸ਼ਿਆਰ ਹੋ ਜਾਵਾਂਗੇ। ਜੇ ਭਜਨ ਬੰਦਗੀ ਕਰਦੇ ਰਹੇ, ਪੜ੍ਹਾਈ ਕੌਣ ਕਰੇਗਾ ਜੀ? ਉਹ ਕਰਨੇ ਹੀ ਨਹੀਂ, ਅੱਗੋਂ ਪ੍ਰਸ਼ਨ ਕਰਨੇ ਵੀ ਤੂੰ ਕਰਕੇ ਤਾਂ ਦੇਖ। ਪੜ੍ਹਾਈ ਦੇ ਨਾਲ ਨਾਲ ਤੂੰ ਅੱਧਾ ਪੌਣਾ ਘੰਟਾ ਸਿਮਰਨ ਕਰ, ਪਾਠ ਕਰਕੇ ਤਾਂ ਦੇਖ। ਜੇ ਨਾ ਤੇਰੇ ਪਹਿਲਾਂ ਨਾ ਵੱਧ ਨੰਬਰ ਆਉਣ। ਪਹਿਲੀ MA ਮੈਂ ਬਿਨਾਂ ਪਾਠ ਦੇ ਕੀਤੀ, ਕਿਉਂ? ਮੈਂ ਭਜਨ ਬੰਦਗੀ ਕਰਨ ਤੋਂ ਬਾਅਦ ਲੱਗਾ। 1971 ਦੇ ਵਿੱਚ 14 ਅਗਸਤ 1971 ਨੂੰ ਮੈਂ MA ਪਾਸ ਇੰਗਲਿਸ਼ ਕਰ ਲਈ। 15 ਅਗਸਤ ਤੋਂ ਮੈਂ ਭਜਨ ਬੰਦਗੀ ਕਰਨ ਲੱਗਾ। ਦੂਜੀ MA ਭਜਨ ਬੰਦਗੀ ਕਰਦਿਆਂ ਕੀਤੀ, ਪਹਿਲੀ ਨਾਲ ਵੱਧ ਨੰਬਰ ਆ ਗਏ। ਤੀਜੀ MA ਫਿਰ ਭਜਨ ਬੰਦਗੀ ਕੀਤੀ, ਉਹ ਦੂਜੀ ਨਾਲੋਂ ਵੀ ਵੱਧ ਆ ਗਏ। ਬਰਕਤ ਪੈਂਦੀ ਹੈ ਭਜਨ ਬੰਦਗੀ, ਸਾਡੇ ਹਰ ਕੰਮ 'ਚ ਬਰਕਤ ਪਾਉਂਦੀ ਹੈ। ਇਸ ਲਈ ਕੋਈ ਵੀ ਕੰਮ ਕਰੋ, ਨਾਲ ਭਜਨ ਬੰਦਗੀ ਤੁਸੀਂ ਜ਼ਰੂਰ ਕਰੋ। ਕਾਰਜ ਰਾਸ ਹੁੰਦੇ ਨੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਨੇ, 8 ਪਹਿਰ ਧਿਆਈਏ ਗੋਪਾਲ। 8 ਪਹਿਰ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ। ਨਾਨਕ ਦਰਸ਼ਨ ਦੇਖ ਨਿਹਾਲ। ਫਿਰ ਪਰਮਾਤਮਾ ਦੇ ਦਰਸ਼ਨ ਕਰਕੇ ਮਨੁੱਖ ਨਿਹਾਲ ਹੋ ਜਾਂਦਾ, ਜੀਵਨ ਮੁਕਤ ਹੋ ਜਾਂਦਾ, ਹਮੇਸ਼ਾ ਹੀ ਖੁਸ਼ ਰਹਿੰਦਾ ਹੈ। ਗੌੜੀ ਮਹਿਲਾ ਪੰਜਵਾਂ। ਸ਼ਾਂਤ ਭਈ ਗੁਰ ਗੋਬਿੰਦ ਭਾਈ, ਤਾਪ ਪਾਪ ਬਿਨਸੇ ਮੇਰੇ ਭਾਈ। ਪਰਮਾਤਮਾ ਨੇ ਕੀ ਕੀਤਾ? ਅੰਦਰ ਸ਼ਾਂਤੀ ਪੈਦਾ ਕਰ ਦਿੱਤੀ। ਜਿੰਨੇ ਤਾਪ ਪਾਪ ਸਨ ਸਭ ਖਤਮ ਹੋ ਗਏ। ਜਿੰਨੇ ਤਾਪ ਗੁਰੂ ਪਰਮਾਤਮਾ ਨੇ ਕੀ ਕੀਤਾ? ਸਾਰੇ ਪਾਪ ਖਤਮ ਕਰਤੇ। ਪਾਪ ਕਰ ਜੋ ਤਾਪ ਦੁੱਖ ਸਨ ਉਹ ਖਤਮ ਹੋ ਗਏ, ਮਨ ਸ਼ਾਂਤ ਹੋ ਗਿਆ। ਰਾਮ ਨਾਮ ਨਿਤ ਰਸਨ ਬਖਾਨ, ਬਿਨ ਸੇ ਰੋਗ ਭਏ ਕਲਿਆਣ। ਰਸਨ, ਰਸਨਾ ਜੀਵ, ਜੀਵ ਦੇ ਨਾਲ ਤੂੰ ਪਰਮਾਤਮਾ ਨਾਮ ਜਪਦਾ ਰਹਿ, ਜਪਦਾ ਰਹਿ, ਜਪਦਾ ਰਹਿ। ਬਿਨ ਸੇ ਰੋਗ, ਤੇਰੇ ਜਿਹੜੇ ਰੋਗ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, 5 ਰੋਗ ਨੇ, ਉਹ ਖਤਮ ਹੋ ਜਾਣਗੇ। ਭਏ ਕਲਿਆਣ, ਸੁਖ ਸ਼ਾਂਤੀ ਹੋ ਜਾਏਗੀ। ਕਰਨਾ ਕੀ ਹੈ? ਰਸਨਾ ਨਾਲ ਨਾਮ ਜਪੀ ਜਾਣਾ। ਬਖਾਨ ਦਾ ਵਰਣਨ ਕਰਨਾ, ਵਿਖਿਆਨ ਕਰ। ਰਾਮ ਨਾਮ ਨਿਤ ਰਸਨ ਬਖਾਨ,
ਰਸਨਾ ਦੇ ਨਾਲ ਹਮੇਸ਼ਾ ਰਾਮ ਦਾ ਨਾਮ ਜਪਦੇ ਰਹੋ। ਬਿਨ ਸੇ ਰੋਗ, ਸਾਰੇ ਰੋਗ ਖਤਮ ਹੋ ਜਾਂਦੇ ਨੇ, ਭੈ ਕਲਿਆਣ ਅਤੇ ਸੁਖ ਸ਼ਾਂਤੀ ਹੋ ਜਾਂਦੀ ਹੈ। ਰਾਮ ਨਾਮ ਨਿਤ ਰਸਨ ਬਖਾਨ, ਰਾਮ ਨਾਮ ਨਿਤ ਰਸਨ ਬਖਾਨ, ਰਾਮ ਨਾਮ ਨਿਤ ਰਸਨ ਬਖਾਨ, ਰਾਮ ਨਾਮ ਨਿਤ ਰਸਨ ਬਖਾਨ। ਬਿਨ ਸੇ ਰੋਗ ਭੈ ਕਲਿਆਣ, ਬਿਨ ਸੇ ਰੋਗ ਭੈ ਕਲਿਆਣ, ਬਿਨ ਸੇ ਰੋਗ ਭੈ ਕਲਿਆਣ, ਬਿਨ ਸੇ ਰੋਗ ਭੈ ਕਲਿਆਣ। ਪਾਰ ਬ੍ਰਹਮ ਗੁਣ ਅਗੰਮ ਵਿਚਾਰ, ਸਾਧੂ ਸੰਗਮ ਹੈ ਨਿਸਤਾਰ। ਸਾਧੂਆਂ ਦੀ ਸੰਗਤ 'ਚ ਆ ਕੇ ਕਹਿੰਦੇ ਪਰਮਾਤਮਾ ਜੋ ਅਗੰਮ ਹੈ, ਜੇ ਤੱਕ ਪਹੁੰਚਣਾ ਮੁਸ਼ਕਿਲ ਹੈ, ਤੂੰ ਉਹਦੇ ਗੁਣਾਂ ਦੀ ਵਿਚਾਰ ਕਰ ਪਾ, ਉਹਦੇ ਗੁਣ ਗਾ। ਸਾਧੂਆਂ ਦੀ ਸੰਗਤ 'ਚ ਆ ਕੇ ਤੂੰ ਪਰਮਾਤਮਾ ਦੇ ਗੁਣ ਗਾ। ਫਿਰ ਕੀ ਹੋਏਗਾ? ਸਾਧੂ ਸੰਗਮ ਹੈ ਨਿਸਤਾਰ। ਫਿਰ ਸਾਧੂ ਦੀ ਸੰਗਤ ਕਰਕੇ ਤੇਰਾ ਪਾਰ ਉਤਾਰਾ ਹੋ ਜਾਏਗਾ। ਨਿਸਤਾਰ ਹੁੰਦਾ ਪਾਰ ਉਤਾਰਾ ਹੋ ਜਾਣਾ। ਸੋ ਸਾਧੂ ਦੀ ਸੰਗਤ 'ਚ ਆ ਕੇ ਨਾਮ ਜਪਣੇ, ਪਰਮਾਤਮਾ ਦੇ ਗੁਣ ਗਾਉਣੇ। ਇਸ ਤਰ੍ਹਾਂ ਫਿਰ ਪਰਮਾਤਮਾ ਜਿਹੜੇ ਗੁਣ ਨੇ ਸਾਡਾ ਪਾਰ ਉਤਾਰਾ ਕਰ ਦਿੰਦੇ ਹਨ। ਨਿਰਮਲ ਗੁਣ ਗਾਵੋ ਨਿਤ ਨੀਤ, ਗਈ ਵਿਆਦ ਉਭਰੇ ਜਨਮੀਤ। ਨਿਰਮਲ ਗੁਣ, ਪਰਮਾਤਮਾ ਦੇ ਪਵਿੱਤਰ ਗੁਣ, ਨਿਤ ਨੀਤ ਹਮੇਸ਼ਾ ਹਮੇਸ਼ਾ ਪਰਮਾਤਮਾ ਦੇ ਪਵਿੱਤਰ ਗੁਣਾਂ ਦਾ ਗਾਇਨ ਕਰਦੇ ਰਹੋ। ਫਿਰ ਕੀ? ਗਈ ਵਿਆਦ, ਜਿਹੜੇ ਅੰਦਰ ਰੋਗ ਹੈ, ਤਿੰਨ ਰੋਗ ਗਿਣੇ ਗਏ, ਆਦ ਵਿਆਦ ਉਪਾਦ। ਇਹ ਤਿੰਨੋਂ ਤਾਪ ਜਿਹਨੂੰ ਵੀ ਕਹਿੰਦੇ ਆਪਾਂ, ਇਹ ਅੰਦਰੋਂ ਰੋਗ ਖਤਮ ਹੋ ਜਾਣਗੇ। ਉਭਰੇ ਜਨਮੀਤ, ਉਭਰੇ ਦੇ ਬਚ ਗਏ। ਅਤੇ ਜਿਹੜਾ ਹੈ ਪਰਮਾਤਮਾ, ਜਿਹੜੇ ਜਾਣਨੇ ਪਰਮਾਤਮਾ ਦੇ ਭਗਤ ਨੇ, ਹੇ ਮਿੱਤਰਾ, ਉਹ ਇਹਨਾਂ ਰੋਗਾਂ ਤੋਂ ਬਚ ਜਾਂਦੇ ਹਨ, ਕਿਉਂਕਿ ਅੰਦਰ ਰੋਗ ਹੀ ਖਤਮ ਹੋ ਗਏ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਖਤਮ ਹੋ ਜਾਂਦੇ ਨੇ। ਮਨ ਬਚ ਕਰਮ ਪ੍ਰਭ ਆਪਣਾ ਧਿਆਈ, ਨਾਨਕ ਦਾਸ ਤੇਰੀ ਸ਼ਰਨਾਈ। ਹੇ ਪਰਮਾਤਮਾ, ਮੈਂ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਪਰਮਾਤਮਾ ਦਾ ਨਾਮ ਜਪਦਾ ਹਾਂ। ਨਾਨਕ ਦਾਸ ਤੇਰੀ ਸ਼ਰਨਾਈ। ਹੇ ਪਰਮਾਤਮਾ, ਮੈਂ ਤੇਰੀ ਸ਼ਰਨ 'ਚ ਹਾਂ, ਮੈਂ ਤੇਰਾ ਹਮੇਸ਼ਾ ਨਾਮ ਜਪਦਾ ਰਹਾਂ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਮੈਂ ਤੇਰਾ ਨਾਮ ਜਪਦਾ ਰਹਾਂ। ਮੈਂ ਤੇਰੀ ਸ਼ਰਨ 'ਚ ਆ ਗਿਆ। ਕਹਿੰਦੇ ਮੇਰੇ 'ਤੇ ਬਖਸ਼ਿਸ਼ ਕਰ ਵੀ ਮੈਂ ਤੇਰਾ ਨਾਮ ਜਪਦਾ ਰਹਾਂ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।